ਡਾਕਟਰ ਸਾਹਿਬ ਜਿੱਦਾਂ ਕਿਹਾ ਕਿ ਹੀਟ ਦੇ ਨਾਲ ਬਹੁਤ ਸਾਰਾ ਨੁਕਸਾਨ ਹੁੰਦਾ ਤੇ ਜਦੋਂ ਹੀਟ ਵੇਵ ਆਉਂਦੀ ਹੈ ਤਾਂ ਉਦੋਂ ਅਸੀਂ ਦੇਖਦੇ ਹਾਂ ਕਿ ਹੀਟ ਸਟ੍ਰੋਕ ਹੋ ਜਾਂਦਾ। ਸੋ ਹੀਟ ਸਟ੍ਰੋਕ ਬਾਰੇ ਦੱਸੋ ਥੋੜਾ। ਜਿਹੜੀਆਂ ਸਾਰੀਆਂ ਤਕਲੀਫਾਂ ਨੇ ਉਹ ਸਾਰੀਆਂ ਪ੍ਰੀਵੈਂਟੇਬਲ ਨੇ, ਉਹ ਪ੍ਰੀਵੈਂਟ ਤੁਸੀਂ ਕਰ ਸਕਦੇ ਹੋ। ਉਹ ਸਾਰੇ ਪ੍ਰੋਗਰਾਮ ਦੇਖਣ ਵਾਲਿਆਂ ਦੇ ਹੱਥ ਦੇ ਵਿੱਚ ਹੈਗਾ। ਜਿਹੜੀਆਂ ਛੋਟੀਆਂ ਗੱਲਾਂ ਨੇ, ਫॉर ਐਗਜ਼ਾਮਪਲ ਜੇ ਤੁਹਾਨੂੰ ਸਿਰ ਦਰਦ, ਸਭ ਤੋਂ ਪਹਿਲਾਂ ਸਿਰ ਦਰਦ ਦੀਆਂ, ਤੁਸੀਂ ਬਾਹਰ ਗਏ ਹੋ, ਤੁਹਾਨੂੰ ਇੱਕਦਮ ਧੁੱਪ ਦੇ ਵਿੱਚ ਸਿਰ ਦਰਦ ਸ਼ੁਰੂ ਹੋ ਗਿਆ, ਤੁਹਾਨੂੰ ਥੋੜ੍ਹਾ ਜਿਹਾ ਤੁਸੀਂ ਨਾਊਜ਼ੀਆ ਫੀਲ ਕਰਦੇ ਹੋ ਕਿ ਉਲਟੀ ਆ ਰਹੀ ਹੈ, ਤੁਹਾਡੀ ਬਾਡੀ ਵਿੱਚ ਕ੍ਰੈਂਪਸ ਆ ਗਏ ਨੇ। ਸੋ ਜਦੋਂ ਉਹ ਗੱਲਾਂ ਹੁੰਦੀਆਂ ਨੇ ਤੁਹਾਨੂੰ ਵਾਰਨਿੰਗ ਸਾਈਨ ਹੈ ਵੀ ਤੁਸੀਂ ਅੰਦਰ ਚਲੇ ਜਾਓ। ਪਹਿਲੀ ਗੱਲ ਤਾਂ ਵੀ 10 ਤੋਂ ਲੈ ਕੇ 4 ਵਜੇ ਦੇ ਵਿੱਚ ਟਰਾਈ ਕਰੋ ਵੀ ਤੁਸੀਂ ਬਾਹਰ ਜਿਹੜਾ ਨਾ ਐਕਸਪੋਜ਼ਰ ਆਪਣਾ ਨਾ ਕਰੋ। ਉਸ ਤੋਂ ਇਲਾਵਾ ਜਿਹੜਾ ਬਾਹਰ ਜਾਣ ਵਾਲੇ ਜਿਹੜੇ 2 ਗਰੁੱਪ ਨੇ ਉਹਨਾਂ ਨੂੰ ਵਾਚ ਕਰਨਾ ਪੈਣਾ। ਇੱਕ ਤੇ ਛੋਟੇ 4 ਸਾਲ ਤੋਂ ਘੱਟ ਵਾਲੇ ਤੇ ਇੱਕ ਜਿਹੜੇ ਐਲਡਰਲੀ ਪਾਪੂਲੇਸ਼ਨ ਹੈ। ਉਹਨਾਂ ਦੋਨਾਂ ਬਾਰੇ ਮੈਂ ਗੱਲ ਕਰਾਂ ਕਿਉਂਕਿ ਉਹ ਜਿਹੜਾ ਟੈਂਪਰੇਚਰ ਦੋਨਾਂ ਨੂੰ ਜ਼ਿਆਦਾ ਅਫੈਕਟ ਕਰਦਾ ਹੈ। ਕੱਪੜੇ ਖੁੱਲ੍ਹੇ ਪਾਉਣੇ ਪੈਣੇ ਨੇ ਤੁਹਾਨੂੰ, ਨਾਲ ਜਿਹੜਾ ਨਾ ਲੂਜ਼ ਪਾਉਣੇ ਪੈਣੇ, ਖੁੱਲ੍ਹੇ ਕੱਪੜੇ ਪਰ ਰੰਗਦਾਰ ਜ਼ਿਆਦਾ ਰੰਗਦਾਰ ਵਾਲੇ ਕੱਪੜੇ ਉਹ ਜਿਹੜਾ ਨਾ ਹੀਟ ਨੂੰ ਜ਼ਿਆਦਾ ਅਬਜ਼ਰਵ ਕਰਦੇ ਨੇ, ਉਹ ਵਾਚ ਕਰਨਾ ਪੈਣਾ। ਜਿਹੜੀ ਲੋਕ ਮਿਸਟੇਕ ਕਰਦੇ ਨੇ ਉਹ ਹੈਗੀ ਹੈ, ਜਿਹੜੇ ਮੇਰੀ ਏਜ ਦੇ ਨਹੀਂ ਮੈਂ ਕਹਿ ਸਕਦਾ, ਤਕਰੀਬਨ ਸਾਰੀ ਏਜ 18 ਸਾਲ ਤੋਂ ਉੱਪਰ ਜਿਹੜੇ ਲੋਕ ਕਹਿ ਰਹੇ ਨੇ ਵੀ ਸ਼ਰਾਬ ਪੀ ਗਏ ਜਾਂ ਉਹਨਾਂ ਨੇ ਕਹਿਣਾ ਵੀ ਬੀਅਰ ਪੀ ਲਓ, ਉਹ ਸਾਰੀ ਜਿਹੜੀ ਡਰਿੰਕ ਹੈ ਨਾ ਉਹ ਡੀਹਾਈਡਰੇਸ਼ਨ ਤੁਹਾਨੂੰ ਕਰਦੀ ਹੈ। ਬੇਸਿਕਲੀ ਕਿ ਅਵੋਇਡ ਕਰੀਏ ਬਾਹਰ ਜਾਣਾ। ਪਰ ਹੁਣ ਜੇ ਅਸੀਂ ਬਾਹਰ ਜਾ ਰਹੇ ਹਾਂ, ਅਸੀਂ ਕੰਮ ਤੇ ਜਾ ਰਹੇ ਹਾਂ, ਅਸੀਂ ਕਿਸੇ ਹੋਰ ਨੂੰ ਦੇਖਦੇ ਹਾਂ ਕਿ ਲੱਗਦਾ ਹੈ ਕਿ ਇਸ ਨੂੰ ਹੀਟ ਸਟ੍ਰੋਕ ਹੋ ਰਿਹਾ ਹੈ ਜਾਂ ਇਸ ਨੂੰ ਰੈਸ਼ਜ਼ ਆ ਰਹੀਆਂ ਨੇ ਜਾਂ ਲੱਗਦਾ ਹੈ ਕਿ ਇਹ ਹੀਟ ਦੇ ਨਾਲ ਜਿਹੜਾ ਇਹਨੂੰ ਕੋਈ ਹੋ ਰਿਹਾ, ਉਹਨੂੰ ਅਸੀਂ ਕਿਸ ਤਰ੍ਹਾਂ ਬਚਾ ਸਕਦੇ ਹਾਂ? ਜਿਹੜਾ ਧੁੱਪ ਤੋਂ ਬਚਾਅ ਹੋ ਸਕਦਾ, ਆਪਣੇ ਆਪ ਨੂੰ ਬਚਾਅ ਕਰੋ। ਆ ਜਿਹੜਾ 2-2 ਘੰਟੇ ਐਕਸਪੋਜ਼ਰ ਕਰਨਾ ਡਿਊਰਿੰਗ ਦਿਸ ਟਾਈਮ, ਤੁਸੀਂ ਆਪਣੇ ਆਪ ਨੂੰ ਨੁਕਸਾਨ ਕਰਦੇ ਪਿਓ। ਐਂਡ ਮੈਂ ਨਾਲ ਗੱਲ ਹਾਈਕਿੰਗ ਤੋਂ ਬਚੋ। ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ, ਜਿੱਥੇ ਅਸੀਂ ਤੁਹਾਡੀ ਹੈਲਥ ਨੂੰ ਲੈ ਕੇ ਇਨਫੋਰਮੇਸ਼ਨ ਪਹੁੰਚਾਉਂਦੇ ਰਹਿੰਦੇ ਹਾਂ ਤੇ ਵੱਖ-ਵੱਖ ਡਾਕਟਰਸ ਦੀ ਸਲਾਹ ਲੈਂਦੇ ਹਾਂ। ਅਸੀਂ ਜਿਵੇਂ ਚਾਹੁੰਦੇ ਹਾਂ ਕਿ ਅਸੀਂ 21st ਸੈਂਚੁਰੀ ਦੇ ਵਿੱਚ ਬੈਠੇ ਹਾਂ। ਜਿਸ ਤਰ੍ਹਾਂ ਅਸੀਂ ਤਰੱਕੀ ਕਰ ਰਹੇ ਹਾਂ, ਸਾਡਾ ਦੇਸ਼ ਤਰੱਕੀ ਕਰ ਰਿਹਾ, ਸਾਡਾ ਪੂਰਾ ਮੁਲਕ ਤਰੱਕੀ ਕਰ ਰਿਹਾ, ਸਾਡੀ ਦੁਨੀਆ ਤਰੱਕੀ ਕਰ ਰਹੀ ਹੈ। ਇਸ ਵਿਚਕਾਰ ਜਦੋਂ ਅਸੀਂ ਵਾਤਾਵਰਨ ਵੱਲ ਨਜ਼ਰ ਮਾਰਦੇ ਹਾਂ ਤਾਂ ਵਾਤਾਵਰਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹੜ੍ਹ ਆ ਰਹੇ ਨੇ, ਕਿਤੇ ਅੱਗਾਂ ਲੱਗ ਰਹੀਆਂ ਨੇ, ਕਿਤੇ ਮੌਸਮ ਦੇ ਵਿੱਚ ਗਰਮੀ ਜ਼ਿਆਦਾ ਵੱਧ ਰਹੀ ਹੈ ਤੇ ਕਿਤੇ ਠੰਡ ਜ਼ਿਆਦਾ ਵੱਧ ਰਹੀ ਹੈ। ਇਸੇ ਕਰਕੇ ਹੁਣ ਜਦੋਂ ਅਸੀਂ ਪਿਛਲੇ ਹਫ਼ਤਿਆਂ ਤੇ ਨਜ਼ਰ ਮਾਰੀਏ ਤਾਂ BC ਦੇ ਵਿੱਚ ਹੀਟ ਵੇਵ ਆਈ ਸੀ ਤੇ 580 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਇਹ ਸਭ ਵਾਤਾਵਰਨ ਵਿੱਚ ਤਬਦੀਲੀ ਕਰਕੇ ਹੈ ਤੇ ਇਸ ਹਫ਼ਤੇ ਫਿਰ ਤੋਂ ਹੀਟ ਵੇਵ ਦੀਆਂ ਵਾਰਨਿੰਗਸ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਹੀਟ ਵੇਵ ਹੋ ਸਕਦੀ ਹੈ, ਟੈਂਪਰੇਚਰ ਅਪ ਹੋ ਸਕਦੇ ਨੇ, ਕਿਉਂਕਿ ਇੱਕ ਪਾਸੇ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ, ਉਸ ਕਰਕੇ ਤਪਸ਼ ਵੱਧ ਰਹੀ ਹੈ ਤੇ ਨਾਲ ਧੂਆਂ ਵੀ ਅਸੀਂ ਦੇਖਿਆ ਕਿ ਆਸੇ-ਪਾਸੇ ਦੇ ਖੇਤਰਾਂ ਦੇ ਵਿੱਚ ਫੈਲਿਆ ਹੋਇਆ, ਜਿਸ ਕਰਕੇ ਗਰਮੀ ਹੋਰ ਵੀ ਸਾਨੂੰ ਮਹਿਸੂਸ ਹੋ ਸਕਦੀ ਹੈ। ਇਸ ਕਰਕੇ ਇਸ ਵਾਰ ਗਰਮੀ ਤੋਂ ਬਚਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਜੇ ਹੀਟ ਵੇਵ ਦੀ ਵਾਰਨਿੰਗ ਜਾਰੀ ਹੋ ਜਾਏ ਤਾਂ ਉਹਦਾ ਕੀ ਮਤਲਬ ਹੁੰਦਾ? ਕਿਉਂ ਇਹ ਹੀਟ ਵੇਵ ਹੁੰਦੀ ਹੈ? ਕੀ ਇਹ ਵਾਤਾਵਰਨ ਦੇ ਵਿੱਚ ਤਬਦੀਲੀ ਕਰਕੇ ਹੈ ਜਾਂ ਹੋਰ ਵੀ ਕੋਈ ਕਾਰਨ ਹੈ? ਤੇ ਨਾਲ ਸਾਨੂੰ ਇਸ ਤੋਂ ਬਚਣ ਦੇ ਲਈ ਕੀ ਕੁਝ ਕਰਨਾ ਚਾਹੀਦਾ? ਇਹ ਸਾਰੀ ਇਨਫੋਰਮੇਸ਼ਨ ਦੇ ਲਈ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਡਾਕਟਰ ਗੁਲਜ਼ਾਰ ਚੀਮਾ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ। ਡਾਕਟਰ ਚੀਮਾ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਕਿਵੇਂ ਹੋ ਜੀ? ਸਭ ਤੋਂ ਪਹਿਲਾਂ ਠੀਕ ਹੈ, ਗਰਮੀ ਬਹੁਤ ਹੈ ਅੱਜ। ਬਿਲਕੁਲ। ਸੋ ਇਸੇ ਕਰਕੇ ਅੱਜ ਕਿਹਾ ਕਿ ਅੱਜ ਹੀਟ ਵੇਵ ਦੇ ਬਾਰੇ ਗੱਲ ਕੀਤੀ ਜਾਵੇ। ਡਾਕਟਰ ਸਾਹਿਬ, ਪਹਿਲਾਂ ਇਹ ਦੱਸੋ ਕਿ ਜਦੋਂ ਵਾਰਨਿੰਗ ਹੁੰਦੀ ਹੈ ਹੀਟ ਵੇਵ, ਉਹਦੇ ਕਾਰਨ ਕੀ ਹੋ ਸਕਦੇ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਜਿਹੜਾ ਬਾਡੀ ਦਾ ਜਿਹੜਾ ਨਾ ਟੈਂਪਰੇਚਰ ਨਾਰਮਲੀ ਸਾਡਾ ਹੁੰਦਾ 37 ਤੇ ਉਹਦਾ ਔਰ 98.6 ਤੇ ਉਹ ਬਾਡੀ ਸਾਡੀ ਵਾਸਤੇ ਜ਼ਰੂਰਤ ਹੈ। ਟੈਂਪਰੇਚਰ ਨੂੰ ਸਾਡੀ ਬਾਡੀ ਦੇ ਸਾਰੇ ਅੰਗਾਂ ਨੂੰ ਕੰਮ ਕਰਨ ਵਾਸਤੇ, ਸਾਰੀਆਂ ਚੀਜ਼ਾਂ ਵਾਸਤੇ ਜ਼ਰੂਰੀ ਹੈ। ਜਦੋਂ ਹੀਟ ਜਿਹੜੀ ਹੈ ਨਾ ਵੱਧ ਜਾਂਦੀ ਹੈ, ਬਹੁਤ ਰਫ਼ਤਾਰ ਦੇ ਨਾਲ ਬੜੀ ਜਲਦੀ ਵੱਧਦੀ ਹੈ। ਜਿਹੜੀ ਬਾਡੀ ਦੇ ਵਿੱਚ ਸਿਸਟਮ ਇਸ ਤਰ੍ਹਾਂ ਕੁਦਰਤ ਨੇ ਡਿਵੈਲਪ ਕੀਤਾ ਕਿ ਜਦੋਂ ਹੀਟ ਵੱਧਦੀ ਹੈ ਤੇ ਸਾਨੂੰ ਪਸੀਨਾ ਆਉਂਦਾ, ਪਸੀਨਾ ਸਾਡੀ ਬਾਡੀ ਨੂੰ ਕੂਲ ਕਰਦਾ, ਉਹ ਠੰਡਾ ਕਰਦਾ ਤੇ ਉਹਦੇ ਨਾਲ ਫਿਰ ਸਾਡਾ ਬਾਡੀ ਦਾ ਟੈਂਪਰੇਚਰ ਮੇਨਟੇਨ ਰਹਿੰਦਾ। ਪਰ ਜਦੋਂ ਹੀਟ ਇੱਕਦਮ ਇੰਨੀ ਵੱਧ ਜਾਂਦੀ ਹੈ, ਜਿਸ ਤਰ੍ਹਾਂ ਕਿ ਹੁਣ BC ਵਿੱਚ ਜਾਂ ਬਾਕੀ ਸੂਬਿਆਂ ਵਿੱਚ ਵਧੀ ਹੈ, ਉਹ ਫਿਰ ਬਾਡੀ ਜਿਹੜੀ ਨਾ ਉਹਨੂੰ ਹੈਂਡਲ ਨਹੀਂ ਕਰਦੀ ਤੇ ਉਹ ਜਿਹੜਾ ਨਾ ਪਸੀਨਾ ਜ਼ਿਆਦਾ ਆਉਣ ਦੇ ਨਾਲ ਸਾਡੀ ਬਾਡੀ ਵਿੱਚੋਂ ਫਲੂਇਡ ਕੱਢਦਾ, ਉਹਦੇ ਵਿੱਚੋਂ
ਜਿਹੜੇ ਇਲੈਕਟ੍ਰੋਲਾਈਟ ਤੇ ਅਸਰ ਪੈਂਦਾ। ਸੋ ਇਹ ਜਿਹੜਾ ਕੰਮ ਹੈ ਨਾ, ਇਹ ਸਾਰੀਆਂ ਗੱਲਾਂ ਇਹ ਪ੍ਰੀਵੈਂਟੇਬਲ ਨੇ। ਪਹਿਲੀ ਗੱਲ ਤੇ ਆ ਵੀ ਜਿਹੜਾ ਵਾਤਾਵਰਨ ਦੀ ਗੱਲ ਹੈ ਉਹ ਜਿਹੜਾ ਟਾਪਿਕ ਹੈ ਕਿਸੇ ਹੋਰ ਦਿਨ ਗੱਲ ਕਰਾਂਗੇ, ਬਟ ਜਿਹੜਾ ਅੱਜ ਇੰਪੋਰਟੈਂਟ ਗੱਲ ਹੈ ਕਿ ਜਿਹੜੀ ਹੀਟ ਵੇਵ ਕਰਕੇ ਜਿਹੜੀਆਂ ਸਾਰੀਆਂ ਤਕਲੀਫਾਂ ਨੇ ਉਹ ਸਾਰੀਆਂ ਪ੍ਰੀਵੈਂਟੇਬਲ ਨੇ। ਉਹ ਪ੍ਰੀਵੈਂਟ ਤੁਸੀਂ ਕਰ ਸਕਦੇ ਹੋ। ਉਹ ਸਾਰੇ ਪ੍ਰੋਗਰਾਮ ਦੇਖਣ ਵਾਲਿਆਂ ਦੇ ਹੱਥ ਦੇ ਵਿੱਚ ਹੈਗਾ। ਸੋ ਮੈਂ ਅੱਗੇ ਜਾ ਕੇ ਸਾਰੀ ਇਹਦੇ ਬਾਰੇ ਡਿਸਕਸ ਕਰਾਂਗੇ ਆਪਾਂ ਕੀ ਕਰ ਸਕਦੇ ਹਾਂ, ਕਿਹੜਾ ਏਜ ਗਰੁੱਪ ਹੈ ਜਿਹਨੂੰ ਜ਼ਿਆਦਾ ਧਿਆਨ ਰੱਖਣਾ ਪੈਣਾ, ਕਿਹੜੇ ਏਜ ਗਰੁੱਪ ਨੂੰ ਆਪਾਂ ਵਾਚ ਕਰਨਾ ਪੈਣਾ, ਕਿਹੜੇ ਆਪਾਂ ਕੰਮ ਕਰ ਸਕਦੇ ਹਾਂ, ਇੰਸਟਰਕਸ਼ਨਾਂ ਫਾਲੋ ਕਰਨੀਆਂ ਪੈਣੀਆਂ। ਖਾਸ ਕਰਕੇ ਜਿਨ੍ਹਾਂ ਲੋਕਾਂ ਨੂੰ ਜਿਹੜੇ ਇਸ ਕੰਟਰੀ ਵਿੱਚ ਪੈਦਾ ਹੋਏ ਨੇ, ਜਿਹੜੀ ਸਾਡੀ ਕਮਿਊਨਿਟੀ ਦੇ, ਜਿਨ੍ਹਾਂ ਦਾ ਕਦੀ ਹੀਟ ਦੇ ਵਿੱਚ ਐਕਸਪੋਜ਼ਰ ਨਹੀਂ ਹੋਇਆ। ਅਸੀਂ ਲੋਕ ਤੇ ਜਿੱਥੋਂ ਆਏ ਹਾਂ ਪਹਿਲਾਂ ਉਸ ਟਾਈਮ ਦੇ ਵਿੱਚ ਟੈਂਪਰੇਚਰ ਇੰਨਾ ਹੀ ਹੁੰਦਾ 40 ਤੱਕ ਹੁੰਦਾ ਸੀ, ਹੁਣ 37 ਚਾਹੀਦਾ ਬਾਡੀ ਦਾ ਟੈਂਪਰੇਚਰ। ਤੇ ਉਹਦੇ ਬਾਅਦ ਜਦੋਂ ਵੀ ਬਾਹਰ ਟੈਂਪਰੇਚਰ ਵੱਧਦਾ ਫਿਰ ਨੁਕਸਾਨ ਹੋਣਾ। ਡਾਕਟਰ ਸਾਹਿਬ ਜਿੱਦਾਂ ਕਿਹਾ ਕਿ ਹੀਟ ਦੇ ਨਾਲ ਬਹੁਤ ਸਾਰਾ ਨੁਕਸਾਨ ਹੁੰਦਾ ਤੇ ਜਦੋਂ ਹੀਟ ਵੇਵ ਆਉਂਦੀ ਹੈ ਤਾਂ ਉਦੋਂ ਅਸੀਂ ਦੇਖਦੇ ਹਾਂ ਕਿ ਹੀਟ ਸਟ੍ਰੋਕ ਹੋ ਜਾਂਦਾ। ਸੋ ਹੀਟ ਸਟ੍ਰੋਕ ਬਾਰੇ ਦੱਸੋ ਥੋੜਾ ਜਿਹਾ। ਪਹਿਲੀ ਗੱਲ ਤੇ ਹੈ ਕਿ ਜਿਹੜੇ ਹੀਟ ਕਰਕੇ ਜਿਹੜੀਆਂ ਨਾ ਮਾਈਲਡ ਤੋਂ ਲੈ ਕੇ ਜਿਹੜਾ ਸਵੀਅਰ ਹੈ ਨਾ, ਥੋੜਾ ਬਹੁਤਾ ਜਿਹੜਾ ਪਹਿਲੇ ਪ੍ਰੋਬਲਮ ਆ ਸਕਦੀ ਹੈ, ਕਿਸ ਤਰ੍ਹਾਂ ਨੌਜ਼ੀਆ ਹੋਇਆ ਜਾਂ ਤੁਹਾਨੂੰ ਹੈਡੇਕ ਹੋਈ, ਡਿਜ਼ੀਨੈਸ ਹੋਈ, ਜਦੋਂ ਬਾਡੀ ਵਿੱਚ ਫਲੂਇਡ ਘਟਦਾ, ਟੈਂਪਰੇਚਰ ਵੱਧਦਾ, ਉਸ ਤੋਂ ਬਾਅਦ ਜਿਹੜਾ ਮਾਈਲਡ ਫਾਰਮ ਦੇ ਵਿੱਚ ਤੁਹਾਨੂੰ ਕ੍ਰੈਂਪਸ ਵਗੈਰਾ ਹੋ ਸਕਦੇ ਨੇ। ਇਹ ਉਸ ਤੋਂ ਇਲਾਵਾ ਜਦੋਂ ਹੀਟ ਸਟ੍ਰੋਕ ਵਾਲੇ ਪਾਸੇ ਜਾਂਦਾ, ਉਹਦਾ ਮਤਲਬ ਇਹ ਕਿ ਬਾਡੀ ਸਾਰੀ ਸਿਸਟਮ ਸ਼ਟ ਡਾਊਨ ਹੋ ਰਿਹਾ, ਤੁਹਾਡੀ ਬਾਡੀ ਵਿੱਚੋਂ ਟੈਂਪਰੇਚਰ ਵੱਧ ਗਿਆ, ਤੁਹਾਡੀ ਜਿਹੜਾ ਨਾ ਸਿਸਟਮ ਉਹਨੂੰ ਚੰਗੀ ਤਰ੍ਹਾਂ ਬਾਡੀ ਨੂੰ ਕੂਲ ਨਹੀਂ ਕਰਦਾ ਪਿਆ, ਠੰਡਾ ਨਹੀਂ ਕਰਦਾ ਪਿਆ, ਬਾਡੀ ਵਿੱਚ ਫਲੂਇਡ ਘਟ ਗਿਆ, ਇਲੈਕਟ੍ਰੋਲਾਈਟ ਦਾ ਇੰਬੈਲੈਂਸ ਹੋ ਗਿਆ। ਉਹਦੇ ਨਾਲ ਹੁੰਦਾ ਬਾਡੀ ਨੇ ਪੂਰਾ ਕੰਮ ਟਰਾਈ ਕਰਨਾ ਵੀ ਉਹਨੂੰ ਪ੍ਰੀਜ਼ਰਵ ਕਰਨ ਵਾਸਤੇ। ਜਦੋਂ ਉਹਦੇ ਨਾਲ ਕੀ ਹੁੰਦਾ ਕਿ ਤੁਹਾਡਾ ਹਾਰਟ ਰੇਟ ਵੱਧਦਾ, ਤੁਹਾਡਾ ਰੈਸਪੀਰੇਸ਼ਨ ਵੱਧਦੀ, ਉਹਦੇ ਨਾਲ ਜਿਹੜਾ ਡਿਲੀਰੀਅਮ ਹੁੰਦਾ, ਤੁਹਾਡੀ ਸੋਚ ਪੈ ਜਾਂਦਾ, ਤੁਹਾਨੂੰ ਮਤਲਬ ਕਿ ਸਮਝ ਨਹੀਂ ਲੱਗਦੀ ਤੁਸੀਂ ਕਿੱਥੇ ਬੈਠੇ ਹੋ, ਤੇ ਸਾਹ ਦੇ ਵਿੱਚ ਪ੍ਰੋਬਲਮ ਹੁੰਦੀ ਹੈ। ਜਿਹੜੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਤੇ ਜਿਹੜਾ ਉਹਨੂੰ ਆਪਾਂ ਹੀਟ ਸਟ੍ਰੋਕ ਕਹਿ ਦਿੰਦੇ ਹਾਂ। ਪਰ ਇਹ ਸਾਰੀ ਜਿਹੜੀ ਨਾ ਵੇਰੀਏਸ਼ਨ ਹੈਗੀ ਹੈ ਮਾਈਲਡ ਤੋਂ ਲੈ ਕੇ ਤੇ ਵਿਚਕਾਰਲਾ ਤੇ ਅਖੀਰ ਦੇ ਵਿੱਚ ਜਿਹੜੇ ਹੀਟ ਸਟ੍ਰੋਕ ਹੈ, ਇੰਨਾ ਕਾਮਨ ਨਹੀਂ ਹੈਗਾ ਵੀ ਕਿ ਹਰ ਇੱਕ ਨੂੰ ਜਿਨ੍ਹਾਂ ਨੇ ਬਾਹਰ ਜਾਣਾ ਉਹਨਾਂ ਨੂੰ ਹੀਟ ਸਟ੍ਰੋਕ ਹੀ ਹੋਣਾ। ਸੋ ਵਾਚ ਕਰੋ ਕਿ ਤੁਸੀਂ ਇਸ ਸਿੰਪਟਮ ਜਿਹੜੇ ਨੇ ਸ਼ੁਰੂ ਦੇ ਵਿੱਚ ਜਿਹੜੇ ਨੇ, ਜਿਹੜੀਆਂ ਛੋਟੀਆਂ ਗੱਲਾਂ ਨੇ, ਫਾਰ ਐਗਜ਼ਾਮਪਲ ਜੇ ਤੁਹਾਨੂੰ ਸਿਰ ਦਰਦ, ਸਭ ਤੋਂ ਪਹਿਲਾਂ ਸਿਰ ਦਰਦ ਦੀਆਂ, ਤੁਸੀਂ ਬਾਹਰ ਗਏ ਹੋ, ਤੁਹਾਨੂੰ ਇੱਕਦਮ ਧੁੱਪ ਦੇ ਵਿੱਚ ਸਿਰ ਦਰਦ ਸ਼ੁਰੂ ਹੋ ਗਿਆ, ਤੁਹਾਨੂੰ ਥੋੜਾ ਜਿਹਾ ਤੁਸੀਂ ਨੌਜ਼ੀਆ ਫੀਲ ਕਰਦੇ ਹੋ, ਕੋਈ ਉਲਟੀ ਆ ਰਹੀ ਹੈ, ਤੁਹਾਡੀ ਬਾਡੀ ਵਿੱਚ ਕ੍ਰੈਂਪਸ ਆ ਗਏ ਨੇ। ਸੋ ਜਦੋਂ ਉਹ ਗੱਲਾਂ ਹੁੰਦੀਆਂ ਨੇ, ਤੁਹਾਨੂੰ ਵਾਰਨਿੰਗ ਸਾਈਨ ਹੈ ਵੀ ਤੁਸੀਂ ਅੰਦਰ ਚਲੇ ਜਾਓ। ਤੇ ਇਹ ਜਿਹੜਾ ਇੱਕ ਸਟੇਜ ਇਹ ਪਹੁੰਚਦੀ ਹੈ ਵੀ ਜਦੋਂ ਸਾਰਾ ਸਟ੍ਰੋਕ ਦਾ ਟਾਈਮ ਹੁੰਦਾ ਕਿ ਜਦੋਂ ਬਿਲਕੁਲ ਤੁਹਾਡੀ ਰੈਸਪੀਰੇਸ਼ਨ, ਤੁਹਾਡੀ ਬਰੀਥਿੰਗ ਫਾਸਟ ਹੋ ਗਈ, ਤੁਹਾਡਾ ਹਾਰਟ ਰੇਟ ਵੱਧ ਗਿਆ, ਤੁਹਾਡਾ ਕਿਡਨੀਜ਼ ਦੇ ਜਿਹੜਾ ਨਾ ਡੀਹਾਈਡਰੇਸ਼ਨ ਕਰਕੇ ਪ੍ਰੋਬਲਮ ਹੁੰਦੀ ਹੈ। ਜਸਟ ਰਿਮੈਂਬਰ ਕਿ ਇਹ ਸਾਰੀਆਂ ਗੱਲਾਂ ਕਿਉਂ ਹੋ ਰਹੀਆਂ, ਬਾਡੀ ਟਰਾਈ ਕਰਦੀ ਹੈ ਵੀ ਤੁਹਾਡੀ ਬਾਡੀ ਨੂੰ ਆਕਸੀਜਨ ਮਿਲੇ, ਤੁਹਾਡੀ ਬਾਡੀ ਨੂੰ ਸਾਰਾ ਬਲੱਡ ਫਲੋ ਹੋਏ। ਬਲੱਡ ਫਲੋ ਕਿਸ ਤਰ੍ਹਾਂ ਹੋਣਾ, ਜੇ ਤੁਹਾਡੀ ਬਾਡੀ ਵਿੱਚ ਡੀਹਾਈਡਰੇਸ਼ਨ ਹੈ, ਪਾਣੀ ਮੁੱਕ ਗਿਆ ਤੇ ਫਲੋ ਕਿੱਥੋਂ ਹੋਣਾ, ਬਾਹਰੋਂ ਤੇ ਆ ਨਹੀਂ ਸਕਦਾ, ਤੁਹਾਨੂੰ ਆਪ ਹੀ ਇਹ ਪ੍ਰੀਜ਼ਰਵ ਕਰਨਾ ਪੈਣਾ। ਸੋ ਜਿਹੜੀਆਂ ਗੱਲਾਂ ਨੇ ਇਹ ਤੋਂ ਬਚਣ ਵਾਸਤੇ ਇੰਪੋਰਟੈਂਟ ਗੱਲਾਂ ਕਰਨ ਵਾਲੀਆਂ ਨੇ ਕਿ ਪਹਿਲੀ ਗੱਲ ਕਿ ਮੋਸਟ ਇੰਪੋਰਟੈਂਟ ਵੀ ਤੁਸੀਂ ਇਹਨੂੰ ਇਹ ਤੋਂ ਬਚਾਅ ਕਰ ਸਕਦੇ ਹੋ। ਉਹ ਕਿਸ ਤਰ੍ਹਾਂ ਬਚਾਅ ਕਰ ਸਕਦੇ ਹੋ, ਜਦੋਂ ਪਹਿਲੀ ਗੱਲ ਤੇ ਵੀ 10 ਤੋਂ ਲੈ ਕੇ 4 ਵਜੇ ਦੇ ਵਿੱਚ ਟਰਾਈ ਕਰੋ ਵੀ ਤੁਸੀਂ ਬਾਹਰ ਜਿਹੜਾ ਐਕਸਪੋਜ਼ਰ ਆਪਣਾ ਨਾ ਕਰੋ। ਉਸ ਤੋਂ ਇਲਾਵਾ ਜਿਹੜਾ ਬਾਹਰ ਜਾਣ ਵਾਲੇ ਜਿਹੜੇ 2 ਗਰੁੱਪ ਨੇ ਉਹਨਾਂ ਨੂੰ ਵਾਚ ਕਰਨਾ ਪੈਣਾ। ਇੱਕ ਤੇ ਛੋਟੇ 4 ਸਾਲ ਤੋਂ ਘੱਟ ਵਾਲੇ ਤੇ ਇੱਕ ਜਿਹੜੇ ਐਲਡਰਲੀ ਪਾਪੂਲੇਸ਼ਨ ਹੈ। ਉਹਨਾਂ ਦੋਨਾਂ ਬਾਰੇ ਮੈਂ ਗੱਲ ਕਰਾਂ ਕਿਉਂਕਿ ਉਹ ਜਿਹੜਾ ਟੈਂਪਰੇਚਰ ਦੋਨਾਂ ਨੂੰ ਜ਼ਿਆਦਾ ਅਫੈਕਟ ਕਰਦਾ। ਸੋ ਸਾਡੀ ਜਿਹੜੀ ਨਾ ਆਪਣੀ ਜਿਹੜੀ ਪੰਜਾਬੀ ਭਾਈਚਾਰੇ ਵਿੱਚ ਇਹ ਬੜੀ ਇੱਕ ਕਾਮਨ ਜੀ ਇੱਕ ਇਸ਼ੂ ਹੈਗਾ ਵੀ ਆਪਾਂ ਜਾਂਦੇ ਹਾਂ ਸ਼ਾਪਿੰਗ, ਤੇ ਸ਼ਾਪਿੰਗ ਦੇ ਵਿੱਚ ਕਾਰ ਦੇ ਵਿੱਚ ਬਹਿ ਕੇ ਬੱਚੇ ਵੀ ਨਾਲ ਨੇ, ਬਜ਼ੁਰਗ ਵੀ ਨਾਲ ਨੇ, ਤੇ ਕਈ ਵਾਰੀ ਕਾਹਲੀ ਵਿੱਚ ਹੁੰਦਾ ਵੀ ਚਲੋ ਵੀ 5-7 ਮਿੰਟ ਅਸੀਂ ਅੰਦਰ ਜਾ ਕੇ ਗਰੋਸਰੀ ਕਰਨੀ ਹੈ ਤੇ ਬਾਹਰ ਤੁਸੀਂ ਕਾਰ ਦੇ ਵਿੱਚ ਬੱਚਾ ਛੱਡ ਜਾਂਦੇ ਹੋ। ਕੋਈ ਵੀ ਇਹੋ ਜਿਹੀ ਗਲਤੀ ਨਾ ਕਰੋ ਕਿ ਜਿਹੜਾ ਬੱਚਾ ਤੁਸੀਂ, ਤੁਹਾਡੀਆਂ ਵਿੰਡੋ ਕਲੋਜ਼ ਨੇ, ਬਾਹਰ ਟੈਂਪਰੇਚਰ ਜ਼ਿਆਦਾ ਤੇ ਤੁਸੀਂ ਕਿਤੇ ਪਾਰਕਿੰਗ ਵਿੱਚ ਕੀਤਾ ਤੇ ਉਹ ਨੁਕਸਾਨ ਬੜਾ ਵੱਡਾ ਹੋ ਸਕਦਾ। ਉਹ ਤੇ ਪਹਿਲੀ ਗੱਲ ਵਾਚ ਕਰਨੀ ਹੈ। ਬੱਚਿਆਂ ਵਾਸਤੇ ਹਾਈਡਰੇਸ਼ਨ ਤੇ ਸੀਨੀਅਰ ਵਾਸਤੇ ਮੈਂ ਗੱਲ ਕਰਾਂਗਾ, ਉਹ ਵੀ ਬੜੀ ਇੰਪੋਰਟੈਂਟ ਹੈ। ਜਿਹੜੀ ਮੋਸਟ ਜਿਹੜੀ ਸੈਕੰਡ ਜਿਹੜੀ ਵਲਨਰੇਬਲ ਪਾਪੂਲੇਸ਼ਨ ਉਹ ਨੇ ਜਿਨ੍ਹਾਂ ਦੀ ਏਜ ਜ਼ਿਆਦਾ, ਜਿਨ੍ਹਾਂ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੈ, ਕੋਈ ਡਾਇਬਟੀਜ਼ ਦੀ, ਉਹਨਾਂ ਨੂੰ ਕੋਈ ਕਿਡਨੀਜ਼ ਦੇ ਇਸ਼ੂ ਨੇ, ਜਾਂ ਮੈਡੀਸਨਸ ਲੈ ਰਹੇ ਨੇ, ਫਾਰ ਐਗਜ਼ਾਮਪਲ ਇੰਸੂਲਿਨ ਲੈ ਦੇ ਵਿੱਚ ਨੇ, ਜਾਂ ਉਹਨਾਂ ਨੂੰ ਕੋਈ ਉਹ ਕੈਂਸਰ ਦੀ ਕੋਈ ਟ੍ਰੀਟਮੈਂਟ ਚੱਲਦੀ ਪਈ, ਉਹ ਸਾਰਿਆਂ ਨੂੰ ਜਿਹੜਾ ਨਾ ਹੀਟ ਸਟ੍ਰੋਕ ਦਾ ਜਲਦੀ ਹੋਣਾ ਅਸਰ, ਕਿਉਂਕਿ ਉਹਨਾਂ ਦੀ ਬਾਡੀ ਵਿੱਚ ਆਲਰੇਡੀ ਇੰਨਾ ਰੈਜ਼ਿਸਟੈਂਸ ਹੈ ਨਹੀਂ ਵੀ ਇਸ ਚੀਜ਼ ਨੂੰ ਫਾਈਟ ਕਰ ਸਕਣ। ਸੋ ਇਹ ਜਿਹੜੇ 2 ਏਜ ਗਰੁੱਪ ਨੇ 4 ਸਾਲ ਤੋਂ ਥੱਲੇ ਤੇ ਜਿਹੜੇ ਐਲਡਰਲੀ ਪਾਪੂਲੇਸ਼ਨ ਨੇ, ਉਹਨਾਂ ਨੂੰ ਵਾਚ ਕਰੋ, ਉਹਨਾਂ ਨੂੰ ਤੁਸੀਂ ਬਾਹਰ ਨਹੀਂ ਜਾਣ ਦੇਣਾ। ਕਾਮਨ ਜਿਹੜੀਆਂ ਗੱਲਾਂ ਆਪਾਂ ਹੋਰ ਕੀ ਹੋ ਸਕਦਾ,
ਸਨਸਕਰੀਨ ਤੁਸੀਂ ਲਾ ਸਕਦੇ ਹੋ, ਥੋੜ੍ਹਾ ਬਹੁਤਾ ਬਚਾਅ ਹੋਣਾ, ਪਰ ਜ਼ਿਆਦਾ ਜਿਹੜਾ ਮੇਨ ਹੋਣਾ ਕਿ ਤੁਸੀਂ ਬਾਹਰ ਨਹੀਂ ਜਾਣਾ। ਜੇ ਕੋਈ ਸਿਰ ਤੇ ਤੁਸੀਂ ਕਵਰ ਕਰਨਾ, ਫਾਰ ਐਗਜ਼ਾਮਪਲ ਆਪਣੇ ਲੋਕ ਇਹਦੀ ਟੋਪੀ ਪਾ ਲੈਂਦੇ, ਕਿਨਾਂ ਨੇ ਕਈਆਂ ਲੋਕਾਂ ਨੇ ਪੱਗ ਜਿਹੜੀਆਂ ਪੱਗਾਂ ਨੇ ਸਾਰੇ ਲੋਕਾਂ ਨੇ, ਕਾਫੀਆਂ ਕੋਲ ਹੈਗੀਆਂ, ਲੇਡੀਜ਼ ਨੇ ਕਈ ਵਾਰੀ ਤੁਸੀਂ ਵੇਖ ਲੈਂਦੇ ਹੋ ਵੀ ਇਹ ਛਤਰੀ ਵਗੈਰਾ ਲਾ ਕੇ ਜਾ ਸਕਦੀਆਂ। ਪਰ ਇਹੋ ਜਿਹਾ ਕਿਹੜਾ ਕੰਮ ਹੈ ਕੋਈ ਜਿਹੜਾ ਤੁਸੀਂ 2-4 ਘੰਟੇ 2-3 ਨਹੀਂ ਕਰ ਸਕਦੇ। ਸੋ ਪ੍ਰੀਵੈਂਸ਼ਨ ਕਰੋ। ਬਾਕੀ ਹੈਗਾ ਕਿ ਬੱਚਿਆਂ ਦੀ ਪ੍ਰੋਟੈਕਸ਼ਨ ਵਾਸਤੇ ਤੁਹਾਨੂੰ ਉਹੀ ਕੰਮ ਕਰਨਾ ਪੈਣਾ, ਕੱਪੜੇ ਖੁੱਲ੍ਹੇ ਪਾਉਣੇ ਪੈਣੇ ਨੇ ਤੁਹਾਨੂੰ, ਨਾਲ ਜਿਹੜਾ ਨਾ ਲੂਜ਼ ਪਾਉਣੇ ਪੈਣੇ, ਖੁੱਲੇ ਕੱਪੜੇ ਪਰ ਰੰਗਦਾਰ ਜ਼ਿਆਦਾ ਰੰਗਦਾਰ ਵਾਲੇ ਕੱਪੜੇ ਉਹ ਜਿਹੜਾ ਨਾ ਹੀਟ ਨੂੰ ਜ਼ਿਆਦਾ ਅਬਜ਼ਰਵ ਕਰਦੇ ਨੇ, ਉਹ ਵਾਚ ਕਰਨਾ ਪੈਣਾ। ਤੇ ਜਿਹੜਾ ਅਗਲਾ ਜਿਹੜਾ ਕੀ ਪੁਆਇੰਟ ਹੈ, ਤੁਹਾਨੂੰ ਪਾਣੀ ਆਪਣੇ ਕੋਲ ਹਾਈਡਰੇਸ਼ਨ ਵਾਸਤੇ ਸਾਰਾ ਸਿਸਟਮ ਰੱਖਣਾ ਪੈਣਾ। ਜੇ ਤੁਹਾਨੂੰ ਟਰੈਵਲ ਕਰਨਾ ਪੈਂਦਾ, ਫਾਰ ਐਗਜ਼ਾਮਪਲ ਕਿ ਤੁਸੀਂ ਜਾ ਰਹੇ ਹੋ, ਤੁਹਾਨੂੰ ਜਾਣਾ ਹੀ ਪੈਣਾ, ਤੇ ਫਿਰ ਤੁਸੀਂ ਆਪਣੇ ਕੋਲ ਪਾਣੀ ਰੱਖੋ, ਜਾਂ ਉਹਦੇ ਨਾਲ ਤੁਸੀਂ ਜਿਹੜੇ ਇਲੈਕਟ੍ਰੋਲਾਈਟਸ ਉਹ ਮਿਲ ਜਾਂਦੇ ਨੇ ਫਾਰਮੇਸੀ ਤੋਂ, ਜਾਂ ਤੁਸੀਂ ਘਰੋਂ ਥੋੜ੍ਹਾ ਜਿਹਾ ਸਾਲਟ ਨਾਲ ਲੈ ਜਾਓ, ਥੋੜ੍ਹਾ ਜਿਹਾ ਆਪਣਾ ਲੈ ਜਾਓ ਮਿੱਠਾ, ਉਹ ਦੋਨੋਂ ਚੀਜ਼ਾਂ ਮਿਕਸ ਕਰਕੇ ਤੇ ਤੁਸੀਂ ਉਹ ਪਾਣੀ ਬਣਾ ਸਕਦੇ ਹੋ। ਆਮ ਤੌਰ ਤੇ ਹਰ ਚੀਜ਼ ਮਿਲ ਜਾਂਦੀ ਬਾਹਰ, ਇਸ ਸਮੇਂ ਦੇ ਵਿੱਚ ਐਨਫ ਚਾਹੀਦੀ ਹੈ ਸਪਲਾਈ ਕਿ ਤੁਹਾਡੇ ਕੋਲ ਹੋਏ, ਖਾਸ ਕਰਕੇ ਜੇ ਤੁਸੀਂ 2-3-4 ਘੰਟੇ ਬਾਹਰ ਜਾਣਾ, ਟਰੈਵਲ ਕਰਨ ਵਾਸਤੇ ਜਾਣਾ। ਪਰ ਇੱਕ ਵਾਰ ਨਾਲ ਇਹ ਵੀ ਧਿਆਨ ਰੱਖੋਗੇ, ਜਿੱਥੇ ਟਰੈਵਲ ਐਡਵਾਈਜ਼ਰੀ ਉੱਥੇ ਕਿਉਂ ਆਪਾਂ ਨੇ ਜਾਣਾ, ਜਿੱਥੇ ਆਲਰੇਡੀ ਤੁਹਾਨੂੰ ਪਤਾ ਵੀ ਕਿ ਹੀਟ ਵੀ ਜ਼ਿਆਦਾ, ਸਮੋਕ ਵੀ ਜ਼ਿਆਦਾ। ਤੇ ਮੈਂ ਸਮੋਕ ਬਾਰੇ ਵੀ ਗੱਲ ਕਰਨੀ ਚਾਹੁੰਦਾ। ਜਿੱਥੇ ਜੰਗਲ ਸੜਦੇ ਪਏ ਨੇ, ਉੱਥੇ ਸਮੋਕ ਜ਼ਿਆਦਾ, ਉੱਥੇ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ, ਜਿਨ੍ਹਾਂ ਦੀ ਸਾਹ ਦੀ ਪ੍ਰੋਬਲਮ ਹੈ, ਐਸਮੇ ਦੀ, ਜਾਂ ਉਹਨਾਂ ਨੂੰ ਕੋਈ ਜਿਹੜੀ ਨਾ ਪੁਰਾਣਾ ਕੋਈ ਬ੍ਰੌਂਕਾਈਟਸ ਹੈ, ਜਾਂ ਉਹਨਾਂ ਨੂੰ ਹੋਰ ਕੋਈ ਲੰਗ ਦੇ ਇਸ਼ੂਜ਼ ਨੇ, ਜਾਂ ਉਹਨਾਂ ਨੂੰ ਹਾਰਟ ਅਟੈਕ ਪਹਿਲਾਂ ਹੋਇਆ। ਇਹ ਸਾਰੀਆਂ ਗੱਲਾਂ ਇੰਪੈਕਟ ਕਰਦੀਆਂ ਨੇ। ਸੋ ਜਿਹੜਾ ਕੰਬੀਨੇਸ਼ਨ ਹੈ ਇਸ ਟਾਈਮ ਦੇ ਵਿੱਚ BC ਦੇ ਵਿੱਚ ਜਿਹੜਾ ਹੀਟ ਦਾ ਤੇ ਜਿਹੜੇ ਫਾਇਰ ਦਾ, ਇਹ ਬੜਾ ਡਿਜ਼ਾਸਟਰ ਹੈ, ਇਹਨੂੰ ਵਾਚ ਕਰਨਾ ਪੈਣਾ। ਤੇ ਇੱਕ ਜਿਹੜੀ ਪਾਪੂਲੇਸ਼ਨ ਹੈ ਉਹ ਸਾਡੀ ਕਿ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਤਾਂ ਨਹੀਂ ਹੈਗੀ ਉਹ ਬੜੀ ਵੱਡੀ ਪ੍ਰੋਬਲਮ, ਬਹੁਤ ਘੱਟ ਹੈ ਕਿ ਜਿਹੜੇ ਹੋਮਲੈਸ ਨੇ, ਜਿਨ੍ਹਾਂ ਕੋਲ ਜਗ੍ਹਾ ਨਹੀਂ ਹੈਗੀ ਰਹਿਣ ਲਈ, ਉਹ ਸਾਡੇ ਲੋਕਾਂ ਕੋਲ ਹੁਣ ਤੱਕ ਤਾਂ ਇਹੋ ਜਿਹਾ ਇਸ਼ੂ ਨਹੀਂ ਆਇਆ। ਆਉਣ ਵਾਲੇ ਸਮੇਂ ਬਾਰੇ ਕਹਿ ਨਹੀਂ ਸਕਦੇ। ਹੁਣ ਤੇ ਲੋਕੀ ਆਪਣੇ ਮਾਂ-ਬਾਪ ਨੂੰ ਪੂਰੀ ਕੇਅਰ ਕਰਦੇ ਨੇ, ਪਰ ਕੋਈ ਪਤਾ ਨਹੀਂ ਹੁੰਦਾ ਹਾਲਾਤ ਦੇ ਨਾਲ ਕਿਹੋ ਜਿਹੇ ਸਿਚੁਏਸ਼ਨ ਡਿਵੈਲਪ ਹੋ ਜਾਣੀ ਹੈ। ਪਰ ਜਿਹੜੇ ਲੋਕ ਬਾਹਰ ਰਹਿ ਰਹੇ ਨੇ ਉਹਨਾਂ ਵਾਸਤੇ ਬੜਾ ਇੰਪੋਰਟੈਂਟ ਹੈ ਤੁਸੀਂ ਇਹ ਚੀਜ਼ ਵਾਚ ਕਰੋ। ਪਲੱਸ ਜਿਹੜੇ ਪਰਸਨਲ ਕੇਅਰ ਹੋਮ ਵਿੱਚ ਨੇ, ਜਿਨ੍ਹਾਂ ਨੂੰ ਜਾਂ ਅਸਿਸਟਡ ਲਿਵਿੰਗ ਦੇ ਵਿੱਚ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਤੁਹਾਨੂੰ ਵਿਜ਼ਿਟ ਕਰਨਾ ਪੈਣਾ, ਵੇਖਣ ਵਾਸਤੇ ਵੀ ਉਹਨਾਂ ਕੋਲ ਸਾਰਾ ਕੁਝ ਸਮਾਨ ਹੈਗਾ, ਸਾਰਾ ਵੈਂਟੀਲੇਸ਼ਨ ਵਗੈਰਾ ਦਾ ਧਿਆਨ ਰੱਖੋ, ਏਅਰ ਕੰਡੀਸ਼ਨ ਦਾ ਧਿਆਨ ਰੱਖਣਾ ਪੈਣਾ। ਸੋ ਇਹ ਓਵਰਆਲ ਜਿਹੜੀਆਂ ਸਾਰੀਆਂ ਗੱਲਾਂ ਨੇ ਤੇ ਕਾਮਨ ਗੱਲਾਂ ਨੇ, ਕੋਈ ਬੜੀ ਵੱਡੀ ਸਾਇੰਸ ਵਾਲੀ ਗੱਲ ਤਾਂ ਹੈ ਨਹੀਂ ਕਿ ਬਾਡੀ ਦੇ ਵਿੱਚ ਹੀਟ ਸਾਨੂੰ ਜ਼ਰੂਰਤ ਹੈਗੀ ਹੈ ਨਾਰਮਲ ਟੈਂਪਰੇਚਰ ਦੀ। ਜਦੋਂ ਬਾਹਰ ਟੈਂਪਰੇਚਰ ਵੱਧ ਜਾਂਦਾ, ਬਾਡੀ ਦਾ ਟੈਂਪਰੇਚਰ ਜਦੋਂ ਵਧਣਾ, ਉਹਨੂੰ ਕੂਲ ਕਰਨ ਵਾਸਤੇ ਸਾਡੀ ਬਾਡੀ ਨੇ ਉਹਨੂੰ ਪਸੀਨਾ ਆਉਣਾ, ਪਸੀਨਾ ਕੂਲ ਕਰਦਾ, ਪਰ ਪਸੀਨੇ ਦੀ ਉਹ ਕੂਲਿੰਗ ਜਿਹੜਾ ਨਾ ਪੀਰੀਅਡ ਜਿਹੜਾ ਨਾ ਘਟ ਜਾਂਦਾ ਤੇ ਹੀਟ ਵੱਧ ਜਾਂਦੀ ਹੈ ਤੇ ਇੰਬੈਲੈਂਸ ਹੋ ਜਾਂਦਾ। ਇਹ ਸਭ ਤੋਂ ਮੈਂ ਸਮਝਦਾ ਕਿ ਤੁਸੀਂ ਇੰਨਾ ਜ਼ਰੂਰ ਰੱਖੋ ਕਿ ਇਸ ਟਾਈਮ ਦੇ ਵਿੱਚ ਜਿਹੜੀ ਇੱਕ ਬੜੀ ਵੱਡੀ ਜਿਹੜੀ ਲੋਕ ਮਿਸਟੇਕ ਕਰਦੇ ਨੇ ਉਹ ਹੈਗੀ ਹੈ, ਜਿਹੜੇ ਮੇਰੀ ਏਜ ਦੇ ਤਾਂ ਨਹੀਂ ਮੈਂ ਕਹਿ ਸਕਦਾ, ਤਕਰੀਬਨ ਸਾਰੀ ਏਜ 18 ਸਾਲ ਤੋਂ ਉੱਪਰ ਜਿਹੜੇ ਲੋਕ ਕਹਿ ਰਹੇ ਨੇ ਵੀ ਸ਼ਰਾਬ ਪੀ ਗਏ ਜਾਂ ਉਹਨਾਂ ਨੇ ਕਹਿਣਾ ਵੀ ਬੀਅਰ ਪੀ ਲਓ, ਉਹ ਸਾਰੀ ਜਿਹੜੀ ਡਰਿੰਕ ਹੈ ਨਾ ਉਹ ਡੀਹਾਈਡਰੇਸ਼ਨ ਤੁਹਾਨੂੰ ਕਰਦੀ ਹੈ। ਬਿਲਕੁਲ ਡਾਕਟਰ ਸਾਹਿਬ, ਮੈਂ ਇਹੀ ਤੁਹਾਡੇ ਤੋਂ ਪੁੱਛਣ ਲੱਗੀ ਸੀ, ਕਿਉਂਕਿ ਜਦੋਂ ਹੀਟ ਵੇਵ ਦੀ ਗੱਲ ਆਉਂਦੀ ਹੈ, ਹੀਟ ਸਟ੍ਰੋਕ ਦੀ ਗੱਲ ਆਉਂਦੀ ਹੈ, ਤਾਂ ਵਾਰਨਿੰਗ ਜਾਰੀ ਕੀਤੀਆਂ ਜਾਂਦੀਆਂ ਨੇ। ਤੇ ਉਸ ਤੋਂ ਬਾਅਦ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ 2 ਵੀਕ ਪਹਿਲਾਂ ਵੀ ਦੇਖਿਆ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੋਇਆ ਸੀ, ਕਿਸ ਤਰ੍ਹਾਂ ਜਿਹੜੀ ਹੈ ਹੀਟ ਉਹ ਵੱਧ ਗਈ ਸੀ ਤੇ ਲੋਕਾਂ ਨੂੰ AC ਨਹੀਂ ਮਿਲ ਰਹੀ ਸੀ। ਲੋਕ ਘਰਾਂ ਦੇ ਵਿੱਚ ਵੀ ਨਾ ਬਾਹਰ ਜਾ ਸਕਦੇ ਸੀ, ਕਿਉਂਕਿ ਬਹੁਤ ਸਾਰੇ ਘਰ ਹੈਗੇ ਆ ਜਿਨ੍ਹਾਂ ਦੇ ਕੋਲ AC ਨਹੀਂ ਹੈਗੇ ਤੇ ਫੈਨ ਜਿਹੜੇ ਨੇ ਉਹ ਗਰਮ ਹਵਾ, ਜਿਵੇਂ ਬਹੁਤ ਜ਼ਿਆਦਾ ਗਰਮੀ ਫੀਲ ਕੀਤੀ ਹੈਗੀ ਹੈ ਲੋਕਾਂ ਨੇ। ਪਰ ਹੁਣ ਜਿਵੇਂ ਤੁਸੀਂ ਦੱਸਿਆ ਕਿ ਐਲਕੋਹਲ ਹੈ ਉਹਦਾ ਯੂਜ਼ ਨਹੀਂ ਕਰਨਾ ਚਾਹੀਦਾ, ਤੁਸੀਂ ਸਾਲਟ ਵੀ ਕਿਹਾ, ਐਕਸੈਸ ਦੇ ਵਿੱਚ ਤੁਸੀਂ ਸਾਲਟ ਵੀ ਨਹੀਂ ਜ਼ਿਆਦਾ ਲੈ ਸਕਦੇ, ਪੌਪਸ ਜਿਹੜੇ ਆ ਕਈ ਲੋਕ ਕੋਲਡ ਕਰਕੇ ਪੀ ਲੈਂਦੇ, ਉਹ ਵੀ ਨਹੀਂ, ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਨੂੰ ਕਿਹਾ ਜਾਂਦਾ। ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਇਸ ਤਰ੍ਹਾਂ ਦੀ ਵਾਰਨਿੰਗ ਆ ਗਈ? ਪਹਿਲੀ ਗੱਲ ਤਾਂ ਇਹ ਵੀ ਜਿਹੜਾ ਤੁਹਾਨੂੰ ਜਿਹੜੀ ਤੁਹਾਡਾ ਟਰੈਵਲ ਅਰੇਂਜਮੈਂਟ ਹੈ ਉਹਨੂੰ ਵਾਚ ਕਰੋ। ਜੇ ਤੁਸੀਂ ਕਿਤੇ ਟਰੈਵਲ ਕਰਦੇ ਪਏ ਹੋ ਤੇ ਤੁਹਾਡੇ ਕੋਲੋਂ ਹੀਟ ਵੇਵ ਦੇ ਵਿੱਚ ਜਾ ਰਹੇ ਹੋ, ਤੁਹਾਡੀ ਮੈਡੀਸਨ ਦੀ ਸਪਲਾਈ ਬੜੀ ਇੰਪੋਰਟੈਂਟ ਹੈ। ਉਹ ਤੁਹਾਡਾ ਜਿਹੜਾ ਉਹ ਇਹ ਨਾ ਹੋਏ ਵੀ ਤੁਸੀਂ ਕਿਤੇ ਫਸ ਜਾਓ 4 ਘੰਟੇ 6 ਘੰਟੇ, ਟ੍ਰੈਫਿਕ ਹੋ ਜਾਏ ਬੰਦ ਤੇ ਫਿਰ ਸਤਿ ਸ੍ਰੀ ਅਕਾਲ ਹੀ ਹੈ, ਫਿਰ ਤੁਹਾਨੂੰ ਮੈਡੀਸਨ ਵਗੈਰਾ ਨਹੀਂ ਮਿਲਣੀ। ਕਿਉਂਕਿ ਜਦੋਂ ਐਮਰਜੈਂਸੀ ਸਿਚੁਏਸ਼ਨ ਹੁੰਦੀ ਹੈ, ਫਾਰ ਐਗਜ਼ਾਮਪਲ ਜਿਹੜਾ ਹੀਟ ਸਟ੍ਰੋਕ ਹੈ ਇਹ ਮੈਡੀਕਲ ਐਮਰਜੈਂਸੀ ਹੈ। ਜੇ ਆਪਾਂ 2-3 ਕਿਲੋਮੀਟਰ ਲਾਈਨਾਂ ਨੇ ਕਾਰਾਂ ਦੀਆਂ ਤੇ ਉੱਥੇ ਐਂਬੂਲੈਂਸ ਨੇ ਕਿਸ ਤਰ੍ਹਾਂ ਪਹੁੰਚਣਾ? ਸੋ ਇਹਨਾਂ ਗੱਲਾਂ ਨੂੰ ਇਹ ਤੁਹਾਡੇ ਹੱਥ ਦੇ ਵਿੱਚ ਕਿ ਤੁਸੀਂ ਮੈਡੀਸਨ ਦੀ ਸਪਲਾਈ ਐਨਫ ਚਾਹੀਦੀ ਹੈ, ਫਲੂਇਡ ਚਾਹੀਦਾ ਤੁਹਾਡੇ ਕੋਲ,
ਪਰ ਫਿਰ ਮੈਂ ਦੁਬਾਰਾ ਰਿਪੀਟ ਕਰਾਂਗਾ ਵੀ ਇੰਨੀ ਕਾਹਲੀ ਕਾਹਦੀ ਹੈ ਵੀ ਤੁਸੀਂ ਇਸ ਟਾਈਮ ਦੇ ਵਿੱਚ 2-4 ਘੰਟੇ ਟਰੈਵਲ ਕਰਨਾ, ਖਾਸ ਕਰਕੇ ਸੀਨੀਅਰ ਤੇ ਬੱਚਿਆਂ ਨਾਲ ਦੋਨਾਂ ਤੋਂ ਬਚਾਅ ਰੱਖੋ। ਪਰ ਨਾਲ ਇਹ ਵੀ ਵੇਖਣਾ ਪੈਣਾ ਕਿ ਜਿਹੜੇ ਆਪਣੇ ਲੋਕ ਨੇ ਕਾਫੀ ਹੈਗੇ ਟਰਾਂਸਪੋਰਟ ਇੰਡਸਟਰੀ ਦੇ ਵਿੱਚ, ਟਰੱਕਿੰਗ ਵਿੱਚ ਹੈਗੇ ਨੇ, ਆਪਣੇ ਟੈਕਸੀ ਇੰਡਸਟਰੀ ਵਿੱਚ ਹੈਗੇ ਨੇ, ਉਹਨਾਂ ਵਾਸਤੇ ਤਾਂ ਨੈਚੁਰਲੀ ਉਹ ਯੂਜ਼ਡ ਟੂ ਨੇ ਕਿ ਹੀਟ ਨਾਲ ਜਾਂ ਬਾਹਰ ਐਕਟੀਵਿਟੀ ਕਰਨਾ, ਸੋ ਉਹਨਾਂ ਕੋਲ ਤਾਂ ਇਨਫ ਸਪਲਾਈ ਹੁੰਦੀ ਹੈ। ਪਰ ਕਈ ਵਾਰੀ ਇਹ ਵੀ ਹੁੰਦਾ ਵੀ ਜਦੋਂ ਅਸੀਂ ਕਈ ਜਗ੍ਹਾ 'ਤੇ ਤੁਹਾਨੂੰ ਕੋਈ ਏਅਰ ਕੰਡੀਸ਼ਨਿੰਗ ਦੀ ਮੈਂ ਗੱਲ ਕਰਨੀ ਚਾਹੁੰਦਾ, ਜਾਂ ਤੁਹਾਨੂੰ ਜੇ ਪੱਖਿਆਂ ਦੀ ਜਾਂ ਫੈਨ ਦੀ ਜਾਂ ਆਲ ਦੋਸ ਥਿੰਗ ਜਿਹੜੀਆਂ ਨਾ ਘਰਾਂ ਦੇ ਵਿੱਚ ਬੜੀ ਅਸੈਂਸ਼ੀਅਲ ਨੇ, ਪਰ ਕਈ ਵਾਰੀ ਮਿਲਦੀਆਂ ਨਹੀਂ। ਪਰ ਇੰਨਾ ਨਹੀਂ ਹੈਗਾ ਵੀ ਜਾ ਕੇ ਡਬਲ ਟ੍ਰਿਪਲ ਤੁਸੀਂ ਪ੍ਰਾਈਸ ਪੇ ਕਰਕੇ ਤੇ ਲਿਆਉਣ ਦੀ ਟਰਾਈ ਕਰੋ, ਉਹ ਗੱਲ ਨਹੀਂ ਬਣਦੀ। 2-3 ਦਿਨ ਦੀ ਗੱਲ ਹੈ, ਆਪਣੀਆਂ ਬੂਹੇ ਦਰਵਾਜ਼ੇ ਕਹਿੰਦੇ ਨੇ, ਆਪਣੀਆਂ ਵਿੰਡੋ ਤੇ ਆਪਣੇ ਜਿਹੜੇ ਨੇ ਡੋਰਸ ਉਹਨਾਂ ਨੂੰ ਰੱਖੋ, ਖੋਲ੍ਹ ਕੇ ਰੱਖੋ, ਥੋੜ੍ਹਾ ਜਿਹਾ ਏਰੀਏਸ਼ਨ ਕਰੋ। ਤੇ ਬੈਸਟ ਟਾਈਮ ਹੈ ਅਵੋਇਡ ਕਰਨ ਵਾਸਤੇ 10 ਤੋਂ ਲੈ ਕੇ 4 ਵਜੇ ਤੱਕ। ਉਸ ਤੋਂ ਤੁਸੀਂ ਪਹਿਲਾਂ ਕੁਝ ਕਰਨਾ ਕਰ ਲਓ, ਬਾਅਦ 'ਚ ਕਰ ਲਓ। ਪਰ ਓਵਰਆਲ ਤੇ ਹੁਣ ਕੈਨੇਡਾ ਵਿੱਚ ਅਸੀਂ ਰਹਿ ਰਹੇ ਹਾਂ, ਇੱਥੇ ਕੋਈ ਬਿਜਲੀ ਨਹੀਂ ਜਾਣੀ ਹੈਗੀ, ਕੋਈ ਜਾ ਕੇ ਤੁਹਾਨੂੰ ਕਿਸੇ ਨੇ ਕੋਈ ਕਿਸੇ ਚੀਜ਼ ਦੀ ਸ਼ਾਰਟੇਜ ਨਹੀਂ ਹੋਣੀ, ਕਿਸੇ ਨੇ ਤੁਹਾਨੂੰ ਬਲੈਕਮੇਲ ਨਹੀਂ ਕਰਨਾ, ਤੁਹਾਨੂੰ ਫालतू ਜ਼ਿਆਦਾ ਪ੍ਰਾਈਸ 'ਤੇ ਸਮਾਨ ਨਹੀਂ ਵੇਚਣਾ। ਇਹ ਸਾਰੀਆਂ ਗੱਲਾਂ ਜਿੱਥੋਂ ਅਸੀਂ ਆਏ ਹਾਂ ਉੱਥੇ ਹੀ ਸਿਆਪੇ ਨੇ ਸਾਰੇ। ਇੱਥੇ ਦੇ ਹਰ ਬੰਦਾ ਜਿਹੜਾ ਨਾ ਰੀਜ਼ਨੇਬਲ ਹੈ, ਉਹਨੂੰ ਸਮਝੇ ਵੀ ਇਸ ਕੰਮ ਦੇ ਵਿੱਚ ਅਸੀਂ ਹੈਲਪ ਕਰਨੀ ਹੈ। ਬਿਲਕੁਲ, ਕਿ ਜਦੋਂ ਅਸੀਂ ਗਵਰਨਮੈਂਟ ਦੀ ਗੱਲ ਕਰਦੇ ਹੈਗੇ ਆ, ਉਹਨਾਂ ਨੇ ਵੀ ਹੁਣ ਜੇ ਅਸੀਂ ਆਪਣੇ ਏਰੀਆ ਦੀ ਗੱਲ ਕਰੀਏ, ਇੱਥੇ ਕਮਿਊਨਿਟੀ ਸੈਂਟਰ ਖੋਲ੍ਹ ਦਿੱਤੇ ਹੈਗੇ ਆ, ਲਾਇਬ੍ਰੇਰੀਜ਼ ਦੇ ਵਿੱਚ ਤੁਸੀਂ ਜਾ ਸਕਦੇ ਹੈਗੇ ਆ, ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿੱਥੇ ਤੁਸੀਂ ਕੂਲਿੰਗ ਦੇ ਲਈ ਜਾ ਸਕਦੇ ਆ। ਸੋ ਗਵਰਨਮੈਂਟ ਦੇ ਵੱਲੋਂ ਤਾਂ ਕੀਤਾ ਜਾ ਰਿਹਾ, ਪਰ ਹੁਣ ਜਦੋਂ ਤੁਸੀਂ ਕਿਹਾ ਕਿ ਆਪਣੀ ਤਾਂ ਤੁਸੀਂ ਜ਼ਿੰਮੇਵਾਰੀ ਲੈ ਸਕਦੇ ਆ ਕਿ ਅਸੀਂ ਨਾਲ ਪਾਣੀ ਦੀ ਬੋਟਲ ਲੈ ਕੇ ਜਾਈਏ, ਅਸੀਂ ਦੇਖੀਏ ਕਿ ਸਾਡੇ ਕੋਲ ਇਨਫ ਮੈਡੀਸਨ ਹੈਗੀਆਂ ਕਿ ਨਹੀਂ, ਅਸੀਂ ਦੇਖੀਏ ਕਿ ਸਾਡੇ ਨਾਲ ਬੱਚਾ ਜਾਂ ਕੋਈ ਬਜ਼ੁਰਗ ਤਾਂ ਨਹੀਂ ਟਰੈਵਲ ਕਰ ਲਿਆ, ਬੇਸਿਕਲੀ ਕਿ ਅਵੋਇਡ ਕਰੀਏ ਬਾਹਰ ਜਾਣਾ। ਪਰ ਹੁਣ ਜੇ ਅਸੀਂ ਬਾਹਰ ਜਾ ਰਹੇ ਹਾਂ, ਅਸੀਂ ਕੰਮ ਤੇ ਜਾ ਰਹੇ ਹਾਂ, ਅਸੀਂ ਕਿਸੇ ਹੋਰ ਨੂੰ ਦੇਖਦੇ ਹਾਂ ਕਿ ਲੱਗਦਾ ਹੈ ਕਿ ਇਸ ਨੂੰ ਹੀਟ ਸਟ੍ਰੋਕ ਹੋ ਰਿਹਾ ਹੈ, ਜਾਂ ਇਸ ਨੂੰ ਰੈਸ਼ਜ਼ ਆ ਰਹੀਆਂ ਨੇ, ਜਾਂ ਲੱਗਦਾ ਹੈ ਕਿ ਇਹ ਹੀਟ ਦੇ ਨਾਲ ਜਿਹੜਾ ਇਹਨੂੰ ਕੋਈ ਹੋ ਰਿਹਾ, ਉਹਨੂੰ ਅਸੀਂ ਕਿਸ ਤਰ੍ਹਾਂ ਬਚਾ ਸਕਦੇ ਹਾਂ? ਦੇਖੋ, ਸੇਮ ਥਿੰਗ ਜਿਹੜੀ ਤੁਸੀਂ ਆਪਣੇ ਲਈ ਕਰਨੀ ਹੈ, ਉਹ ਜਿਹੜਾ ਜਿਹਨੂੰ ਤੁਸੀਂ ਵੇਖਦੇ ਹੋ ਉਹਦੇ ਵਾਸਤੇ ਸੇਮ ਗੱਲ ਹੀ ਕਰਨੀ ਹੈ। ਗੱਲ ਤਾਂ ਇਹ ਹੈ ਕਿ ਜਿਹੜੇ ਹੀਟ ਤੇ ਜਿਹੜੀਆਂ ਨਾ ਮੇਜਰ ਜਿਹੜਾ ਇਸ਼ੂ ਖੜਾ ਹੁੰਦਾ ਜਦੋਂ ਪਾਣੀ ਮੁੱਕਦਾ ਬਾਡੀ ਦੇ ਵਿੱਚ, ਤੇ ਬਾਡੀ ਜ਼ਿਆਦਾ ਹੀਟ ਹੋਣ ਦੇ ਨਾਲ ਸਾਡਾ ਟੈਂਪਰੇਚਰ ਵੱਧਦਾ, ਬਾਡੀ ਦਾ ਜਿਹੜਾ ਹਾਰਟ ਰੇਟ ਵਧਣਾ, ਉਹਦੇ ਨਾਲ ਜਿਹੜਾ ਨਾ ਸਾਹ ਵਿੱਚ ਔਖਾਪਣ ਆਉਣਾ, ਬਲੱਡ ਪ੍ਰੈਸ਼ਰ ਡ੍ਰੌਪ ਕਰ ਜਾਣਾ, ਉਹਨੇ ਬਾਕੀ ਚੀਜ਼ਾਂ 'ਤੇ ਅਸਰ ਕਰਨਾ। ਪਰ ਇਹ ਜਿਹੜੀਆਂ 2-3 ਵਾਰਨਿੰਗ ਸਾਈਨ ਨੇ, ਜੇ ਤੁਸੀਂ ਕਿਸੇ ਨਾਲ ਬੈਠੇ ਹੋ ਜਾਂ ਤੁਸੀਂ ਡਰਾਈਵ ਕਰਦੇ ਪਏ ਹੋ ਤੇ ਤੁਹਾਨੂੰ ਵਾਚ ਕਰਨਾ ਚਾਹੀਦਾ। ਤੇ ਖਾਸ ਕਰਕੇ ਜੇ ਬੱਸਾਂ ਵਿੱਚ ਕੋਈ ਬੈਠਿਆ, ਜੇ ਤੁਹਾਡੇ ਨਾਲ ਕੋਈ ਬਜ਼ੁਰਗ ਬੈਠਾ ਥੋੜ੍ਹੀ ਦੂਰ, ਤੇ ਉਹਨਾਂ ਨੂੰ ਜੋ ਕੋਈ ਪ੍ਰੋਬਲਮ ਆ ਰਹੀ ਹੈ, ਇਹ ਨਾ ਸੋਚੋ ਵੀ ਇਹਨਾਂ ਨੇ ਕੋਈ ਪੀਤਾ ਹੋਣਾ। ਸਾਡੇ ਵਿੱਚ ਇੱਕ ਬੜੀ ਹੈਗੀ, ਇੱਕ ਹੋਰ ਬੜੀ ਮੈਂ ਸਮਝਦਾ ਵੀ ਕਈ ਵਾਰੀ ਅਸੀਂ ਲੋਕ ਆਪਣੇ ਆਪ ਨੂੰ ਜ਼ਿਆਦਾ ਕ੍ਰਿਟਿਸਾਈਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ, ਕਿ ਉਹ ਜਜਮੈਂਟਲ ਹੋਣਾ, ਪਹਿਲਾਂ ਕਹਿਣਾ ਵੀ ਪਤਾ ਨਹੀਂ ਵੀ ਇਹ ਜੀ ਪਤਾ ਨਹੀਂ ਇਹਨੇ ਕੁਝ ਖਾਧਾ ਪੀਤਾ ਹੋਣਾ। ਜਦੋਂ ਤੁਹਾਨੂੰ ਸਿਚੁਏਸ਼ਨ ਹੁੰਦੀ ਹੈ, ਪ੍ਰੀਜ਼ਿਊਮ ਨਾ ਕਰੋ ਵੀ ਇਹ ਪ੍ਰੋਬਲਮ ਹੋ ਸਕਦਾ ਵੀ ਸਿਰਫ ਹੀਟ ਕਰਕੇ ਇਸ਼ੂ ਆ ਰਿਹਾ, ਜਾਂ ਉਹਨਾਂ ਨੂੰ ਕੋਈ ਹਾਰਟ ਦਾ ਇਸ਼ੂ ਹੈ, ਜਾਂ ਉਹਨਾਂ ਨੂੰ ਕੋਈ ਹੋਰ ਮੇਜਰ ਡਿਜ਼ਾਸਟਰ ਉਹ ਫੇਸ ਕਰਦੇ ਪਏ ਨੇ। ਸੋ ਥੋੜ੍ਹਾ ਜਿਹਾ ਆਪਾਂ ਨੂੰ ਚਾਹੀਦਾ ਕਈ ਗੱਲਾਂ ਫਿਲਟਰ ਕਰਨੀਆਂ ਪੈਣੀਆਂ। ਪਾਪੂਲੇਸ਼ਨ ਆਪਣੀ ਬਹੁਤ ਹੈ ਸਰੀ ਦੇ ਵਿੱਚ, ਤੇ ਮੈਨੂੰ ਨਹੀਂ ਜਾਪਦਾ ਵੀ ਬਾਕੀ ਲੋਕ ਬਹੁਤ ਜ਼ਿਆਦਾ ਹੁਣ ਰਹਿ ਗਏ ਨੇ। ਆਪਣੇ ਲੋਕ ਹੀ ਆਲੇ ਦੁਆਲੇ ਹੁੰਦੇ ਨੇ ਸਾਰੇ ਪਾਸੇ, ਕਿਸੇ ਵੀ ਜਗ੍ਹਾ ਚਲੇ ਜਾਓ ਲੋਕ ਖੜੇ ਨੇ ਉੱਥੇ। ਸੋ ਪਾਣੀ ਵਗੈਰਾ ਦਾ ਤਾਂ ਇੰਤਜ਼ਾਮ ਕਰਨਾ ਪੈਣਾ। ਪਰ ਇੱਕ ਟਾਈਮ ਹੁੰਦਾ ਸੀ ਕਿ ਜਿੱਥੋਂ ਅਸੀਂ ਪਲ ਕੇ ਆਏ ਹਾਂ, ਉੱਥੇ ਗਰਮੀਆਂ ਵਿੱਚ ਉਹਨਾਂ ਨੇ ਪਾਣੀ ਵੀ ਲਾਣਾ ਬਾਹਰ, ਉਹਦੇ ਵਿੱਚ ਉਹਨਾਂ ਨੇ ਲੋਕਾਂ ਨੇ ਸ਼ਰਬਤ ਵਗੈਰਾ ਲਾਣਾ, ਆਲ ਦੋਸ ਥਿੰਗਸ ਬਹੁਤ ਲੋਕ ਕਰਦੇ ਸੀ। ਇੱਥੇ ਵੀ ਮੈਨੂੰ ਜਾਪਦਾ ਕਿਸੇ ਨਾ ਕਿਸੇ ਨੇ ਕੰਮ ਸ਼ੁਰੂ ਕਰ ਲੈਣਾ, ਕੋਈ ਗੁਰੂ ਘਰ ਵਾਲੇ ਜਾਂ ਕੋਈ ਮੰਦਰ ਜਾਂ ਮਸਜਿਦ ਵਾਲੇ ਇਹੋ ਜਿਹਾ ਕੰਮ ਕਰਨਾ ਚਾਹੁੰਦੇ ਨੇ। ਦੇਖਿਆ ਆਲਰੇਡੀ ਦੇਖਿਆ ਬਹੁਤ ਸਾਰੇ ਰੈਸਟੋਰੈਂਟਸ ਨੇ ਜਿਨ੍ਹਾਂ ਨੇ ਪਾਣੀ, ਜਿਸ ਦਿਨ ਬਹੁਤ ਜ਼ਿਆਦਾ ਗਰਮੀ ਸੀ ਉਸ ਦਿਨ ਕਿਹਾ ਸੀ ਕਿ ਤੁਸੀਂ ਪਾਣੀ ਫ੍ਰੀ ਲੈ ਕੇ ਜਾ ਸਕਦੇ ਹੈਗੇ ਆ, ਤੇ ਬਾਹਰ ਉਹਨਾਂ ਨੇ ਕੂਲਰਸ ਵਗੈਰਾ ਲਗਾ ਦਿੱਤੇ ਸੀ। ਸੋ এনवायरमेंट ਨੂੰ ਦੇਖਦੇ ਦੇਖਦੇ ਲੋਕ ਵੀ ਬਦਲ ਰਹੇ ਨੇ। ਹੁਣ ਜਿਵੇਂ ਤੁਸੀਂ ਕਿਹਾ ਕਿ ਪਾਣੀ ਹੋਣਾ ਚਾਹੀਦਾ, ਕਈ ਕਹਿੰਦੇ ਆ ਕਿ ਆਈਸ, ਪਿਛਲੀ ਵਾਰੀ ਦੇਖਿਆ ਸੀ ਕਿ ਸਟੋਰਸ ਦੇ ਉੱਤੇ ਵੀ ਆਈਸ ਬੈਗ ਖਤਮ ਹੋ ਗਏ ਸੀਗੇ। ਸੋ ਆਈਸ ਵਾਲਾ ਵਾਟਰ ਜ਼ਿਆਦਾ ਪੀਣਾ ਚਾਹੀਦਾ, ਸਾਨੂੰ ਨਾਰਮਲ ਵਾਟਰ ਪੀਣਾ ਚਾਹੀਦਾ? ਕੀ ਆਈਸ ਵਾਲਾ ਵਾਟਰ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ? ਦੇਖੋ, ਉਹਦਾ ਨਾ ਡਿਪੈਂਡ ਕਰਦਾ ਵੀ ਕਿਹੜੀ ਚੀਜ਼ ਤੁਹਾਡੇ ਕੋਲ ਅਵੇਲੇਬਲ ਹੈਗੀ ਹੈ। ਜਿਹੜਾ ਰੂਮ ਟੈਂਪਰੇਚਰ 'ਤੇ ਜਾਂ ਥੋੜ੍ਹਾ ਜਿਹਾ ਠੰਡਾ ਜਿਹਾ ਪਾਣੀ ਹੈ, ਉਹਦਾ ਨੁਕਸਾਨ ਕੋਈ ਨਹੀਂ ਹੈਗਾ। ਗਰਮ ਪਾਣੀ ਦੇ ਪੀਣ ਦਾ ਕੋਈ ਮਤਲਬ ਨਹੀਂ ਨਾ ਇਸ ਟਾਈਮ 'ਤੇ। ਪਰ ਜਿਹੜੀ ਗੱਲ ਮੈਂ ਕਰਦਾ ਪਿਆ ਸੀ ਨਾ, ਕਿ ਇੱਕ ਟਾਈਮ ਸੀ ਕਿ
ਲੋਕੀ ਇਸ ਚੀਜ਼ ਨੂੰ ਸਪਲਾਈ ਕਰਦੇ ਸੀ। ਹੁਣ ਤੇ ਹਰ ਇੱਕ ਨੂੰ ਹੁੰਦਾ ਕਈ ਦੁਕਾਨਾਂ ਵਾਲਿਆਂ ਦੇ ਪੈਸੇ ਬਣਾਉਣੇ ਨੇ, ਪਰ ਜਿਹੜੇ ਓਵਰਆਲ ਜਿਹੜੀਆਂ ਸਾਡੀਆਂ ਇੰਸਟੀਟਿਊਸ਼ਨਸ ਨੇ ਉੱਥੇ ਚਾਹੀਦਾ ਐਨਫ ਸਪਲਾਈ ਵਾਟਰ ਦੀ ਕਿ ਲੋਕੀ ਜਿਹੜਾ ਨੇ ਜਿਨ੍ਹਾਂ ਨੂੰ ਜ਼ਰੂਰਤ ਪੈਂਦੀ ਹੈ। ਪਰ ਇਹ ਸ਼ਾਰਟ ਪੀਰੀਅਡ ਆਫ ਟਾਈਮ ਹੈ, ਲੰਬਾ ਤੇ ਟਾਈਮ ਹੈ ਨਹੀਂ, ਇਹ ਮਹੀਨੇ ਬੱਧੀ ਇਹ ਤੇ ਹੈ ਨਹੀਂ ਵੀ 6 ਮਹੀਨੇ ਰਹਿਣੀ ਗਰਮੀ, 2-4 ਦਿਨ ਆਉਂਦੀ ਹੈ ਫਿਰ ਚਲੀ ਜਾਂਦੀ ਹੈ। ਟੈਂਪਰੇਚਰ ਜਿਹੜਾ ਇਹ ਵੇਰੀ ਕਰਨਾ। ਸੋ ਇਹ ਸਾਰੇ ਲੋਕ ਲੈਸਨ ਸਿੱਖਦੇ ਪਏ ਨੇ ਇਸ ਗੱਲ ਤੋਂ, ਤੇ ਜਿਹੜੇ ਬੱਚੇ ਇੱਥੇ ਪੈਦਾ ਹੋਏ ਨੇ, ਜਿਹੜੇ ਗਰੋ ਅਪ ਹੋਏ ਨੇ, ਉਹਨਾਂ ਵਾਸਤੇ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਨੇ ਇਹੋ ਜਿਹਾ ਕੰਮ ਦੇਖਿਆ ਨਹੀਂ। ਪਰ ਓਵਰਆਲ ਦੇਖੋ 1% ਉਹ ਜਾਂਦੇ ਵੀ ਨੇ ਦੂਜੇ ਕੰਟਰੀ ਵਿੱਚ ਗਰਮੀਆਂ ਦੇ ਟਾਈਮ ਦੇ ਵਿੱਚ ਆਪਣਾ ਉਹ ਸਾਰੀਆਂ ਗੱਲਾਂ ਫੇਸ ਕਰਦੇ ਨੇ। ਪਰ ਜਿਹੜੀ ਐਕਸੈਸਿਵ ਹੀਟ ਹੈ ਇੰਨੇ ਪੀਰੀਅਡ ਆਫ ਟਾਈਮ ਦੇ ਵਿੱਚ, ਮੈਂ ਹੁਣ 42 ਸਾਲ ਮੈਨੂੰ ਤਕਰੀਬਨ 40-41 ਸਾਲ ਹੋ ਗਏ ਨੇ ਕੈਨੇਡਾ ਵਿੱਚ ਆਇਆ, ਮੈਂ ਤਾਂ ਇਹੋ ਜਿਹੀ ਹੀਟ ਕਦੀ ਦੇਖੀ ਨਹੀਂ ਵੀ ਇੰਨੀ ਦੇਰ ਤੱਕ ਜਿਹੜੀ ਇੰਨਾ ਹੀਟ ਰਹੇ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਬਹੁਤ ਹੁੰਦੀ ਸੀ ਹੀਟ। ਅਸੀਂ ਸਕੂਲ ਜਾਣਾ, ਸਕੂਲ ਦੇ ਵਿੱਚ ਦੇਖੋ ਬੱਸ ਦੇ ਵਿੱਚ ਜਾਣਾ ਜਾਂ ਉਸ ਤੋਂ ਪਹਿਲਾਂ ਪੈਦਲ ਜਾਣਾ, ਫਿਰ ਸਾਈਕਲ ਮਿਲੇ, ਫਿਰ ਬੱਸ 'ਚ ਜਾਣਾ। ਪਰ ਰਾਹ ਦੇ ਵਿੱਚ ਜਿਹੜੇ ਸੀ ਨਾ ਉਸ ਹਰ ਜਗ੍ਹਾ 'ਤੇ ਉਹਨਾਂ ਨੇ ਲਾਏ ਸੀ ਪਾਣੀ ਵਾਸਤੇ ਸਮਾਨ, ਕਿਉਂਕਿ ਉਹ ਜਿਹੜਾ ਪਾਣੀ ਪੀਣ ਵਾਸਤੇ ਠੰਡਾ ਪਾਣੀ ਉਸ ਟਾਈਮ ਦੇ ਵਿੱਚ ਬੜਾ ਕਰੂਸ਼ੀਅਲ ਸੀ। ਕਿਉਂਕਿ ਮੈਂ ਗੱਲ ਕਰਨਾ ਪਿਆ ਅਰਲੀ 60 ਦੀ ਉਸ ਟਾਈਮ ਦੇ ਵਿੱਚ ਜਿਹੜਾ ਸੀ ਨਾ ਨਵੇਂ ਕੂਲਰ ਆਏ, ਨਵੀਆਂ ਜਿਹੜੀਆਂ ਚੀਜ਼ਾਂ ਸਾਰੀਆਂ ਲੋਕਾਂ ਨੂੰ ਬੜੀ ਐਕਸਾਈਟਮੈਂਟ ਸੀ। ਹੁਣ ਤੇ ਇਹ ਨਾਰਮਲ ਗੱਲਾਂ ਨੇ, ਇਹ ਤੇ ਸਿਰਫ ਤੁਹਾਨੂੰ ਜਾ ਕੇ ਕਿਸੇ ਨੂੰ ਕਹਿਣਾ ਪੈਣਾ ਜਾਂ ਕੋਈ ਇਹੋ ਜਿਹਾ ਘਰ ਨਹੀਂ ਜਿੱਥੇ ਇਹ ਸਿਸਟਮ ਨਹੀਂ ਹੈਗਾ ਐਸਟੈਬਲਿਸ਼। ਸੋ ਇਹ ਬੇਸਿਕਲੀ ਤਾਂ ਹੈਗਾ ਵੀ ਸਪੇਸ ਨੂੰ ਆਪਣੇ ਨੂੰ ਵਾਚ ਕਰੋ, ਵੈਂਟੀਲੇਸ਼ਨ ਨੂੰ ਵਾਚ ਕਰੋ, ਟਰੈਵਲ ਕਰਨ ਤੋਂ ਬਚੋ। ਜੇ ਤੁਸੀਂ ਨਹੀਂ ਤੁਹਾਨੂੰ ਜ਼ਰੂਰਤ ਹੈ ਕਿ ਨਾ ਜਾਓ, ਜੇ ਤੁਸੀਂ ਜਾਣਾ ਹੀ ਹੈ ਤੇ ਆ ਸਾਰੇ ਕੰਮ ਕਰਕੇ ਬਣਾਉਣਾ ਪੈਣਾ, ਲਿਸਟ ਬਣਾ ਕੇ। ਪਲੱਸ ਜੇ ਇਕੱਲੇ ਜਾ ਰਹੇ ਹੋ ਤੇ ਕੋਈ ਨਾ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਤੇ ਡਰਾਈਵਰ ਲਾਇਸੈਂਸ ਤੋਂ ਤੇ ਪਤਾ ਲੱਗ ਹੀ ਜਾਂਦਾ ਵੀ ਕੌਣ ਹੈ। ਪਰ ਨਾਲ ਇਹ ਵੀ ਵਾਚ ਕਰਨਾ ਚਾਹੀਦਾ ਵੀ ਜੇ ਤੁਹਾਨੂੰ ਕੋਈ ਤਕਲੀਫ ਹੈਗੀ ਹੈ, ਫਾਰ ਐਗਜ਼ਾਮਪਲ ਤੁਹਾਨੂੰ ਕੋਈ ਹਾਰਟ ਦਾ ਇਸ਼ੂ ਹੈ, ਕੋਈ ਡਾਇਬਟੀਜ਼ ਦਾ, ਕੋਈ ਕਿਡਨੀ ਦਾ ਇਸ਼ੂ ਹੈ, ਤੁਹਾਡੇ ਕੋਲ ਕੋਈ ਨਾ ਕੋਈ ਇਨਫੋਰਮੇਸ਼ਨ ਚਾਹੀਦੀ ਤੁਹਾਡੇ ਕੋਲ ਹੋਣੀ, ਤਾਂ ਕਿ ਜਦੋਂ ਕਿਸੇ ਐਂਬੂਲੈਂਸ ਨਹੀਂ ਆਉਣਾ, ਕੋਈ ਅਨਹੋਣੀ ਹੁੰਦਿਆਂ ਤੇ ਟਾਈਮ ਨਹੀਂ ਲੱਗਦਾ। ਇਹ ਮੂਮੈਂਟਸ ਆਉਂਦੇ ਨੇ ਲਾਈਫ ਵਿੱਚ, ਕਈ ਵਾਰੀ ਐਕਸੀਡੈਂਟ ਹੋ ਸਕਦਾ, ਤੁਸੀਂ ਹੀਟ ਲੰਬੀ ਲਾਈਨ 'ਚ ਫਸੇ ਹੋ, ਲੰਬੀ ਕਤਾਰ 'ਚ ਖੜੇ ਹੋ ਤੇ ਤੁਹਾਨੂੰ ਉੱਥੇ ਪ੍ਰੋਬਲਮ ਆ ਸਕਦੀ ਹੈ। ਸੋ ਇਹ ਗੱਲਾਂ ਸਾਰੀਆਂ ਵਾਚ ਕਰੋ। ਅੱਛਾ ਡਾਕਟਰ ਸਾਹਿਬ, ਜਿਵੇਂ ਹੁਣ ਕਿਹਾ ਕਿ ਘਰਾਂ ਦੇ ਵਿੱਚ ਰਹੋ ਤੇ ਪਰ ਜਦੋਂ ਹੀਟ ਆਉਂਦੀ ਆ ਅਸੀਂ ਦੇਖਦੇ ਹਾਂ ਕਿ ਗਰਮੀ ਬਹੁਤ ਵੱਧ ਗਈ ਹੈਗੀ ਹੈ ਤੇ ਲੋਕ ਜਿਹੜੇ ਉਹ ਘਰਾਂ ਚੋਂ ਬਾਹਰ ਨਿਕਲਦੇ ਨੇ, ਖਾਸ ਕਰਕੇ ਬੀਚਿਸ ਤੇ ਚਲ ਜਾਂਦੇ ਨੇ, ਪਾਰਕਾਂ ਦੇ ਵਿੱਚ ਚਲ ਜਾਂਦੇ ਨੇ। ਸੋ ਉੱਥੇ ਜਾ ਕੇ ਵੀ ਅਸੀਂ ਦੇਖਿਆ ਹੈ ਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਸੋ ਉਹ ਕਹਿੰਦੇ ਆ ਕਿ ਅਸੀਂ ਚਲੋ ਪਾਣੀ ਦੇ ਵਿੱਚ ਚਲ ਜਾਂਦੇ ਹੈਗੇ ਆ। ਉੱਥੇ ਜਾਣਾ ਵਧੀਆ ਹੈ ਕਿ ਉੱਥੇ ਚਲੇ ਜਾਣਾ ਚਾਹੀਦਾ? ਦੇਖੋ ਇਹ ਜਿਹੜੀਆਂ ਗੱਲਾਂ ਨੇ ਇਹ ਕਾਮਨ ਸੈਂਸ ਦੀਆਂ, ਲੋਕਾਂ ਸਾਰਿਆਂ ਨੂੰ ਆਪਣਾ ਦਿਮਾਗ ਕਰਨਾ ਪੈਣਾ ਯੂਜ਼ ਇਸ ਕੰਮ ਲਈ ਵੀ ਜੇ ਇੰਨੀ ਹੀਟ ਹੈ ਤੇ 2 ਦਿਨਾਂ 'ਚ ਕੀ ਫ਼ਰਕ ਪੈ ਜਾਣਾ ਵੀ ਤੁਸੀਂ ਜਾ ਕੇ ਆਪਣੇ ਆਪ ਨੂੰ ਕੀ ਤੁਸੀਂ ਉਹਦੇ ਵਿੱਚੋਂ ਕੀ ਆਪਣੀ ਬਾਡੀ ਨੂੰ ਕੀ ਵਾਰਮ ਅਪ ਕਰਨਾ, ਹੋਰ ਕੀ ਉਹਨੂੰ ਆਪਣਾ ਸਾਰਿਆਂ ਨੂੰ ਹੁੰਦਾ ਵੀ ਮੈਂ ਜਾ ਕੇ ਜੀ ਬੀਚ 'ਤੇ ਜਾ ਕੇ ਜਾਂ ਮੈਨੂੰ ਪਤਾ ਨਹੀਂ ਬਾਡੀ ਨੂੰ ਮੈਂ ਕੀ ਕਰ ਲੈਣਾ, ਕਲਰ ਤੇ ਜਾਂ ਜੋ ਵੀ ਉਹ ਟੈਨਿੰਗ ਵਗੈਰਾ ਸਾਡੇ ਲੋਕਾਂ ਵਿੱਚ ਤੇ ਪਿਗਮੈਂਟੇਸ਼ਨ ਪਹਿਲਾਂ ਹੀ ਉਹ ਤੇ ਸਾਨੂੰ ਹੈ ਨਹੀਂ ਵੀ ਜਾ ਕੇ ਤੁਸੀਂ ਉੱਥੇ ਲੰਮੇ ਪੈ ਕੇ ਤੇ 2-2 ਘੰਟੇ ਬੈਠੇ ਰਹਿਣਾ। ਉਹ ਗੱਲ ਬਿਲਕੁਲ ਗਲਤ ਹੈ, ਉਹਦੇ ਨਾਲ ਨੁਕਸਾਨ ਹੋਣਾ। ਪਰ ਜਦੋਂ ਵੀ ਕਿਤੇ ਜਾਂਦੇ ਹੋ ਸ਼ੈਲਟਰ ਜਿਹੜਾ ਨਾ ਕੋਈ ਦਰਖਤ ਹੈਗਾ, ਕੋਈ ਉਹਨਾਂ ਨੇ ਬਣਾਇਆ, ਕੋਈ ਕਵਰ ਹੈਗਾ, ਕੋਈ ਕਿਸੇ ਵੀ ਜਗ੍ਹਾ ਦੇ ਜਿੱਥੇ ਵੀ ਤੁਹਾਨੂੰ ਛਾਂ ਮਿਲਦੀ ਹੈ, ਜਿੱਥੇ ਤੁਹਾਨੂੰ ਜਿਹੜਾ ਧੁੱਪ ਤੋਂ ਬਚਾਅ ਹੋ ਸਕਦਾ, ਆਪਣੇ ਆਪ ਨੂੰ ਬਚਾਅ ਕਰੋ। ਆ ਜਿਹੜਾ 2-2 ਘੰਟੇ ਐਕਸਪੋਜ਼ਰ ਕਰਨਾ ਡਿਊਰਿੰਗ ਦਿਸ ਟਾਈਮ, ਤੁਸੀਂ ਆਪਣੇ ਆਪ ਨੂੰ ਨੁਕਸਾਨ ਕਰਦੇ ਪਿਓ। ਐਂਡ ਮੈਂ ਨਾਲ ਗੱਲ ਹਾਈਕਿੰਗ ਤੋਂ ਬਚੋ ਇਸ ਟਾਈਮ ਦੇ ਵਿੱਚ। ਇਹ ਬਹੁਤਾ ਨਹੀਂ ਐਕਸਾਈਟਮੈਂਟ ਕਰਕੇ ਵੀ ਅਸੀਂ ਜੀ ਪਹਾੜਾਂ 'ਤੇ ਜਾਣਾ, ਜਦੋਂ ਤੁਹਾਨੂੰ ਪਤਾ ਵੀ ਟੈਂਪਰੇਚਰ ਬਾਹਰ ਹੈਗਾ 40 ਡਿਗਰੀ ਤੇ ਤੁਸੀਂ 2 ਘੰਟੇ ਵਾਕ ਕਰਦੇ ਪਿਓ, ਤੁਸੀਂ ਅੱਗੇ ਚਲੇ ਗਏ, ਫਿਰ ਵਾਪਸ ਕਿਸ ਤਰ੍ਹਾਂ ਆਉਣਾ? ਵਾਪਸ ਤੇ ਪੈਦਲ ਹੀ ਆਉਣਾ, ਤੁਹਾਨੂੰ ਕਿਸੇ ਨੇ ਚੁੱਕ ਕੇ ਤਾਂ ਨਹੀਂ ਲਿਆਉਣਾ। ਤੇ ਜਿਨ੍ਹਾਂ ਨੇ ਤੁਹਾਡੇ ਨਾਲ ਜਾਣਾ ਉਹਨਾਂ ਨੂੰ ਚਾਹੀਦਾ ਵੀ ਪ੍ਰੋਪਰ ਗਾਈਡ ਕਰਨ, ਇੱਕ ਦੂਜੇ ਨਾਲ ਕਨੈਕਸ਼ਨ ਰੱਖੋ, ਕਿਉਂਕਿ ਇਹ ਜਿਹੜੀਆਂ ਮਿਸ ਹੈਪਨਿੰਗ ਨੇ ਕਮਿਊਨਿਟੀ ਵਿੱਚ ਪਹਿਲਾਂ ਹੋ ਚੁੱਕੀਆਂ ਨੇ ਕਿ ਜਦੋਂ ਆਪਾਂ ਇਸ ਚੀਜ਼ ਦੇ ਵਿੱਚ ਪੂਰੀ ਤਰ੍ਹਾਂ ਸਾਡੀ ਪ੍ਰੈਪਰੇਸ਼ਨ ਨਹੀਂ ਹੈਗੀ। ਕਿਉਂਕਿ ਨਾਰਮਲ ਗੱਲਾਂ ਵੀ ਤਾਂ ਕੋਈ ਗੱਲ ਨਹੀਂ, ਤੁਸੀਂ ਡਰਾਈਵ ਕਰਦੇ ਪਿਓ, ਕਿਤੇ ਜਾ ਰਹੇ ਹੋ, ਕਿਸੇ ਨੂੰ ਮਿਲਣ ਜਾ ਰਹੇ ਹੋ, ਤੁਹਾਨੂੰ ਪਤਾ ਵੀ ਕਿਹਦੇ ਘਰ ਜਾ ਰਹੇ ਹੋ, ਕਿਹੜੀ ਦੁਕਾਨ 'ਤੇ ਜਾ ਰਹੇ ਹੋ, ਉਹ ਗੱਲਾਂ, ਜਾਂ ਕਿਸੇ ਸ਼ਾਪਿੰਗ ਮਾਲ ਦੇ ਵਿੱਚ ਜਦੋਂ ਤੁਸੀਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਚਲੇ ਗਏ ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਤੁਸੀਂ ਵਾਚ ਕਰੋ। 2-3 ਦਿਨ ਦੀ ਗੱਲ ਇਹ ਤੇ ਹੈ ਨਹੀਂ ਵੀ ਮਹੀਨਿਆਂ ਵਾਸਤੇ ਰਹਿਣੀ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਕਿ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ। ਸਾਨੂੰ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ, ਕੱਪੜਿਆਂ ਨੂੰ ਦੇਖ ਕੇ ਪਾਉਣਾ ਚਾਹੀਦਾ, ਜ਼ਿਆਦਾ ਤੋਂ ਜ਼ਿਆਦਾ ਕਿ ਤੁਸੀਂ ਘਰੋਂ ਬਾਹਰ ਜੇ ਕੰਮ ਤੇ ਜਾਣਾ ਤਾਂ ਜ਼ਰੂਰ ਤੁਸੀਂ ਕੰਮ ਤੇ ਜਾਓ, ਪਰ ਇਹ ਹੈ ਕਿ ਜੇ ਤੁਹਾਨੂੰ ਨਹੀਂ ਕੋਈ ਕੰਮ ਤਾਂ ਜਿਹੜਾ ਹੈ ਉਹ ਘਰਾਂ ਦੇ ਵਿੱਚ ਰਹੋ ਤੇ ਨਾਲ ਹੈਗਾ ਧੁੱਪ ਤੋਂ ਬਚਾਅ ਰੱਖੋ। ਸੋ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਥੈਂਕ ਯੂ।
ਸੋ ਡਾਕਟਰ ਚੀਮਾ ਦੇ ਨਾਲ ਅੱਜ ਗੱਲ ਹੋਈ ਜਿਨ੍ਹਾਂ ਨੇ ਹੀਟ ਵੇਵ ਦੇ ਬਾਰੇ ਦੱਸਿਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਕੋਈ ਹੀਟ ਦੇ ਨਾਲ ਜਿਹੜਾ ਹੈ ਉਹ ਬੰਦਾ ਉਹਨੂੰ ਕੋਈ ਬਿਮਾਰੀ ਹੋ ਰਹੀ ਹੈ ਜਾਂ ਉਹ ਠੀਕ ਨਹੀਂ ਲੱਗ ਰਿਹਾ ਤਾਂ ਤੁਸੀਂ 811 ਤੇ ਕਾਲ ਵੀ ਕਰ ਸਕਦੇ ਹੋ ਕਿਉਂਕਿ ਇਹ ਨਾਨ ਐਮਰਜੈਂਸੀ ਨੰਬਰ ਹੈਗਾ, ਤੁਸੀਂ ਉੱਥੇ ਕਾਲ ਕਰਕੇ ਹੈਲਪ ਲੈ ਸਕਦੇ ਆ ਤੇ ਤੁਸੀਂ ਜਦੋਂ ਆਪ ਵੀ ਖੁਦ ਬਚਣਾ ਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਹੈ ਕਿਉਂਕਿ ਇਸ ਵੀਕਐਂਡ ਦੇ ਉੱਤੇ ਅਸੀਂ ਦੇਖਿਆ ਹੈ ਕਿ ਵਾਰਨਿੰਗਸ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ। ਤੁਸੀਂ ਆਪਣਾ ਖਿਆਲ ਰੱਖੋ ਤੇ ਨਾਲ ਕੋਵਿਡ ਤੋਂ ਵੀ ਬਚੋ ਕਿਉਂਕਿ ਕੋਵਿਡ ਦੇ ਕੇਸ ਵੀ ਵੱਧ ਰਹੇ ਹੈਗੇ ਨੇ ਤੇ ਨਾਲ ਤੁਸੀਂ ਹੀਟ ਤੋਂ ਵੀ ਆਪਣਾ ਬਚਾਅ ਰੱਖੋ। ਤੁਹਾਡੇ ਤੱਕ ਇਸੇ ਤਰ੍ਹਾਂ ਇਨਫੋਰਮੇਸ਼ਨ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।